तत विचार यही मतरा जग तारन को अवतार बनायो। जपियो जिने अर्जन देव गुरु फिर संकट जौन गर्भ ना आयो। जब लो नहीं भाग लिलारे उदय तब लो परमते फिरते बहुत आयो। कल कोर समुद्र में बूढ़त थे कबहू मिट है नहीं रे पछतायो। तत विचार यहे मथुरा जग तारन को अवतार बनायो। जपियो जिने अर्जन देव गुरु फिर संकट जोन गर्भ ना आयो। ज़हरा ज़हूर हाजरा हजूर सर्व कला भरपूर समरत गुरु लोक परलोक दे रखे भगत वशल ज्ञान दे सागर गुरुआं दे गुरु गुरुआं भगतां भट्टां सिखां दी इलाही बाणी बाणी गुरु जोत रूप दे विच धन धन श्री गुरु ग्रंथ साहिब महाराज जी दी पावन पवित्र गोद हजूरी दे विच गुरु शब्द दे नाल जुड़ बैठी जुड़ रही साध संगत आओ जी धनता दे योग वडभागे हो। गुरु साहब ने कृपा की है जीवन के बच्चे सवास लेखे विच लाउण दा समा बख्शिया। सतगुरु जी ने कृपा की है उद्यम इशनान बख्शिश किए हैं अपनी गोद बख्शिश की है नाम बाणी नाल महाराज जी निहाल कर रहे हैं। शहीदां दे सरताज पंजवें नानक पंजवें गुरु धन धन श्री गुरु अर्जन देव जी महाराज जिन्हां दा अज प्रकाश गुरुपुरब है। इस दियां सर्वा संगत नूं लख लख वधाइयां होण। सो धन धन गुरु अर्जन देव महाराज जी उन्हां दे बारे असीं गुरु साहब तो गुरु इतिहास तो कुछ जानकारी कुछ सिक्ख्या सिद्धांत प्राप्त करना है हासिल करना है तां जो साडा जीवन उन्हां दे पाए हुए पूर्णियां ते चल के गुरमत वाला बन सके। बाणी दी बड़ी प्यारी पंक्ति है पातशाह जी दी पंक्ति है कहंदे जन्म मरण दोहु मैं नाही जन पर उपकारी आए जी दान दे भगती लाए न हर स्यों लैन मिलाए। रूहां संसार ते आंदियां ने कुछ रूहां ऐसियां हुंदियां ने जिन्हां ने लेखे देने हुंदे ने वो लेखा देण आउंदियां हन। किसी ने लेना हुंदा किसी ने देना हुंदा कुछ थोड़े चिर च लेखा मुका के लै दे के चलियां जांदियां ने। कुछ नूं समा लग जांदा है कोई काफ़ी समा लग के इस संसार ते जांदियां ने। वो जड़ियां रूहां हुंदियां ने कर्मां दियां बजियां वो मुक्त नहीं हुंदियां मुक्त उन्हां नूं होना पैंदा। वो मुक्त नहीं होंदियां उन्हां नूं मुक्त होना पैंदा। ਉਹਦੇ ਲਈ ਉਹਨਾਂ ਨੂੰ कर्म करने ਪੈਂਦੇ ਨੇ पुन दान सेवा सिमरन करना ਪੈਂਦਾ मुक्त होने ਦੇ ਲਈ। एक वो रूहां ਹੁੰਦੀਆਂ ਹਨ एक वो रब दे भेजे बंदे ਹੁੰਦੇ ਹਨ
ਜੋ ਇਸ ਜਗ ਤੇ ਆ ਕੇ ਭਾਵੇਂ ਕੁਛ ਕਰਮ ਕਰਨ ਜਾਂ ਨਾ ਕਰਨ, ਉਹ ਧੁਰ ਦਰਗਾਹੋਂ ਮੁਕਤ ਹੁੰਦੇ ਨੇ। ਬਾਣੀ ਵਿੱਚ ਲਿਖਿਆ ਉਹ ਪਹਿਲਾਂ ਹੀ ਮੁਕਤ ਹੁੰਦੇ ਹਨ। ਉਹ ਧਰਤੀ 'ਤੇ ਆ ਕੇ ਚਾਹੇ ਸਮਾਧੀ ਲਾਉਣ ਚਾਹੇ ਨਾ ਲਾਉਣ, ਉਹਨਾਂ ਨੇ ਸਮਾਧੀ ਪਹਿਲਾਂ ਲਾ ਲਈ ਹੈ। ਹੇ ਮੁਕੁੰਟ ਪਰਬਤ ਹੈ ਜਹਾਂ, ਸਪਤ ਸਿੰਘ ਸ਼ੋਭਤ ਹੈ ਤਹਾਂ। ਉਹਨਾਂ ਨੇ ਉੱਥੇ ਚੌਂਕੜੇ ਲਾ ਲਏ ਨੇ, ਸਿਰਫ ਸਾਨੂੰ ਸਿਖਾਉਣ ਦੇ ਲਈ, ਸਾਨੂੰ ਜਨਾਉਣ ਦੇ ਲਈ, ਸਾਡਾ ਵਿਸ਼ਵਾਸ ਪੱਕਾ ਕਰਨ ਲਈ। ਉਹ ਹੱਲ ਵੀ ਫੜਦੇ ਨੇ, ਤਲਵਾਰ ਵੀ ਫੜਦੇ ਨੇ, ਉਹ ਚੌਂਕੜਾ ਵੀ ਲਾਉਂਦੇ ਨੇ, ਬਾਣੀ ਵੀ ਪੜ੍ਹਦੇ ਨੇ, ਸਭ ਕੁਝ ਕਰਦੇ ਨੇ, ਤਾਂ ਜੋ ਅਸੀਂ ਪ੍ਰੈਕਟੀਕਲ ਚੀਜ਼ ਦੇ ਉੱਪਰ ਵਿਸ਼ਵਾਸ ਕਰਦੇ ਹਾਂ। ਸੁਣੀ ਸੁਣਾਈ ਦੇਖੀ ਦਿਖਾਈ ਚੀਜ਼ 'ਤੇ ਛੇਤੀ ਵਿਸ਼ਵਾਸ ਨਹੀਂ ਕਰਦੇ, ਜ਼ਿਆਦਾ ਅਸੀਂ ਪ੍ਰੈਕਟੀਕਲ ਚਾਹੁੰਦੇ ਹਾਂ। ਅਤੇ ਉਹ ਸਾਡੇ ਗੁਰੂਆਂ ਨੇ ਸਾਨੂੰ ਕਰਕੇ ਦਿੱਤਾ। ਸੋ ਜਿਹੜੇ ਸਤਿਪੁਰਖ ਹੁੰਦੇ ਹਨ, ਉਹਨਾਂ ਨੂੰ ਬਾਣੀ ਵਿੱਚ ਲਿਖਿਆ ਵੀ ਉਹ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਕਰਮਾਂ ਦਾ ਲੇਖਾ ਦੇਣ ਨਹੀਂ ਹੁੰਦੇ, ਉਹ ਪਰਮੇਸ਼ਰ ਦੇ ਭੇਜੇ ਜਿਹੜੇ ਨੇ, ਉਹ ਡਿਊਟੀ ਕਰ ਹੁੰਦੇ ਨੇ। ਡਿਊਟੀ ਕਰਨ, ਜਿਵੇਂ ਕਿਸੇ ਆਫਿਸਰ ਨੂੰ ਕਿਸੇ ਇਲਾਕੇ ਵਿੱਚ ਭੇਜਿਆ ਜਾਂਦਾ ਵੀ ਉੱਥੇ ਜਾਓ, ਉੱਥੇ ਡਿਊਟੀ ਕਰਕੇ ਆਓ। ਉਹ ਹੁਕਮ ਦੇ ਵਜੇ ਜਿਹੜੇ ਨੇ ਡਿਊਟੀ ਕਰਨ ਜਾਂਦੇ ਹਨ। ਸੋ ਇਸ ਲਈ ਜਿੰਨੇ ਵੀ ਦੁਨੀਆ ਦੇ ਵਿੱਚ ਅਵਤਾਰ ਆਏ ਨੇ, ਪੀਰ ਪੈਗੰਬਰ ਆਏ ਹਨ, ਸਤਿਪੁਰਖ ਆਏ ਹਨ, ਬ੍ਰਹਮ ਗਿਆਨੀ, ਗੁਰਸਿੱਖ, ਗੁਰਮੁਖ, ਜੋ ਵੀ ਕਹਿ ਦਿਓ, ਔਰ ਰੱਬ ਦੇ ਭੇਜੇ ਹੋਏ ਆਉਂਦੇ ਹਨ। ਜਾਂ ਜੀ ਕਹਿ ਲਈਏ ਉਹ ਦੁਨੀਆ ਦਾ ਭਲਾ ਕਰ ਆਉਂਦੇ ਹਨ। ਉਹ ਝੂਠ ਨੂੰ ਸੱਚ ਤੋਂ ਵੱਖ ਕਰਨ ਆਉਂਦੇ ਹਨ। ਉਹ ਪੁੰਨ ਪਾਪ ਦਾ ਸਬਕ ਪੜ੍ਹਾਉਣ ਆਉਂਦੇ ਹਨ। ਉਹ ਜ਼ਿੰਦਗੀ ਦੇ ਮਾਇਨੇ ਜਿਹੜੇ ਨੇ ਉਹ ਸਮਝਾਉਣ ਦੇ ਲਈ ਆਉਂਦੇ ਹਨ। ਉਹ ਭਟਕਿਆਂ ਨੂੰ ਸਿੱਧੇ ਰਾਹੇ ਪਾਉਣ ਆਉਂਦੇ ਹਨ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜੇ ਗੁਰੂ ਸਾਹਿਬ ਨਾ ਹੁੰਦੇ ਤੇ ਸਾਡਾ ਜੀਵਨ ਜਿਹੜਾ ਸੀ ਪਤਾ ਨਹੀਂ ਕਿੰਨਾ ਕੁ ਭੈੜਾ ਹੋਣਾ ਸੀ, ਕਿਵੇਂ ਦਾ ਹੋਣਾ ਸੀ, ਅਸੀਂ ਕਿਵੇਂ ਦੇ ਦਿਸਣਾ ਸੀ, ਪਤਾ ਹੀ ਨਹੀਂ। ਜੇ ਅੱਜ ਸੋਹਣੇ ਦਿਸ ਰਹੇ ਹਾਂ, ਸਾਡੇ ਕੋਲ ਸਰਦਾਰੀਆਂ ਹਨ, ਸਾਡਾ ਮਾਣ ਹੈ, ਸਾਡਾ ਤਾਣ ਹੈ, ਸਾਡਾ ਸਤਿਕਾਰ ਹੈ, ਸਾਡੀ ਇੱਜ਼ਤ ਹੈ ਸਾਰੇ ਸਮਾਜ, ਦੇਸ਼, ਸੰਸਾਰ ਦੇ ਵਿੱਚ ਲੋਕ ਸਾਨੂੰ ਮੰਨਦੇ ਹਨ। ਮੰਨਣ ਦਾ ਮਤਲਬ ਪੂਜਾ ਨਹੀਂ ਕਰਨੀ, ਅਗਰਬੱਤੀਆਂ ਦੇ ਨਾਲ ਉਹਨੂੰ ਮੰਨਣਾ ਨਹੀਂ ਕਹਿੰਦੇ। ਮਤਲਬ ਜਿਹੜੀ ਸਾਡੀ ਦਲੀਲ ਹੈ, ਸਾਡਾ ਵਿਚਾਰ ਹੈ, ਸਾਡੀ ਫਿਲਾਸਫੀ ਹੈ, ਜਾਂ ਸਾਡੇ ਗੁਰੂਆਂ ਦੀ ਵਿਚਾਰਧਾਰਾ ਹੈ, ਸਿਧਾਂਤ ਹੈ, ਸਿੱਖਿਆ ਹੈ, ਗੁਰਬਾਣੀ ਦਾ ਅਰਥ ਗਿਆਨ ਹੈ, ਉਹਨੂੰ ਦੁਨੀਆ ਮੰਨਦੀ ਹੈ। ਜਦੋਂ ਉਹਨੂੰ ਮੰਨਦੀ ਹੈ ਤੇ ਜਿਹੜੇ ਮੰਨਣ ਵਾਲੇ ਨੇ, ਉਹਨੂੰ ਪੜ੍ਹਨ ਵਾਲੇ ਨੇ, ਸੁਣਾਉਣ ਵਾਲੇ ਨੇ, ਦੁਨੀਆ ਉਹਨਾਂ ਨੂੰ ਵੀ ਫਿਰ ਮੰਨਦੀ ਹੈ। ਧਿਆਨ ਦੇਣਾ, ਦੁੱਧ ਤੇ ਜਿਹੜਾ ਉਹ ਤੇ ਮੱਝ ਗਾਂ ਦੇ ਥਣਾਂ ਦੇ ਵਿੱਚ ਹੈ ਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮਈ ਮੱਝ ਜਿਹੜੀ ਹੈ ਭਾਵੇਂ 2 ਲੱਖ ਦੀ ਲੈ ਆਓ, ਉਹਦੇ ਵਿੱਚ ਦੁੱਧ ਹੈ, ਪਰ ਜੇ ਉਸ ਨੂੰ ਚੋਣਾ ਨਾ ਆਵੇ, ਜੇ ਉਸ ਨੂੰ ਸਾਹਮਣਾ ਨਾ ਆਵੇ, ਤੇ ਮਹਿੰਗਾ ਪਸ਼ੂ ਲਿਆ ਕੇ ਵੀ ਦੁੱਧ ਜਿਹੜਾ ਹੈ ਉਹ ਚੜ੍ਹ ਜਾਂਦਾ ਹੈ, ਮਤਲਬ ਉਤਰਦਾ ਨਹੀਂ। ਕਹਿੰਦੇ ਨੇ ਮਤਲਬ ਜੇ ਕਿਸੇ ਨੂੰ ਢੰਗ ਨਾ ਹੋਵੇ ਪਸ਼ੂ ਸਾਂਭਣ ਦਾ, ਤੇ ਡੰਗਰ ਵੱਛੀਆਂ ਜਿਹੜੀਆਂ ਨੇ, ਗਾਵਾਂ ਨੇ, ਉਹ ਦੁੱਧ ਦੇਣਾ ਘੱਟ ਕਰ ਦਿੰਦੀਆਂ ਨੇ, ਸੁਕਾ ਜਾਂਦੀਆਂ ਨੇ। ਇਹ ਆਮ ਕਰਕੇ ਲੋਕ ਕਹਿੰਦੇ ਨੇ। ਜਾਂ ਗਊ, ਇਹ ਬਾਣੀ ਵਿੱਚ ਸਾਰਾ ਕੁਝ ਲਿਖਿਆ, ਆਪਣੇ ਕੋਲੋਂ ਇੱਕ ਵੀ ਗੱਲ ਨਹੀਂ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਗਊ ਦੁੱਧ ਤੋਂ ਬਿਨਾਂ। ਤੇ ਉਹ ਦੁੱਧ ਜਿਹੜਾ ਹੈ ਉਹਦੇ ਅੰਦਰ, ਪਰ ਉਸ ਨੂੰ ਚੋਣਾ ਆਉਣਾ ਚਾਹੀਦਾ, ਉਸ ਨੂੰ ਪ੍ਰਾਪਤ ਕਰਨਾ ਆਉਣਾ ਚਾਹੀਦਾ, ਉਹਨੂੰ ਸਾਂਭਣਾ ਆਉਣਾ ਚਾਹੀਦਾ। ਬਾਣੀ ਸਾਡੇ ਕੋਲ ਹੈ, ਗੁਰੂ ਗ੍ਰੰਥ ਸਾਹਿਬ ਗੁਰਦੁਆਰਿਆਂ ਦੇ ਵਿੱਚ ਵੀ ਨੇ, ਤੇ ਗੁਰੂ ਗ੍ਰੰਥ ਸਾਹਿਬ ਲੋਕਾਂ ਦੇ ਘਰਾਂ ਦੇ ਵਿੱਚ ਵੀ ਰੱਖੇ ਹੋਏ ਨੇ, ਕਈਆਂ ਨੇ ਪ੍ਰਕਾਸ਼ ਕਰਕੇ।
ਇਕੱਲਾ ਦੇਖਣ ਦੇ ਨਾਲ ਥੋੜ੍ਹਾ ਬਜਰ ਕਪਾੜ ਦਾ ਤਾਲਾ ਖੁੱਲ੍ਹਦਾ। ਕੱਲਾ ਬਾਣੀ ਨੂੰ ਦੇਖਣ ਨਾਲ, ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਚੜ੍ਹਾਉਣ ਦੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਮਾਨ ਰੱਖਣ ਦੇ ਨਾਲ ਇਹ ਸਭ ਕੁਝ ਥੋੜ੍ਹਾ ਹੁੰਦਾ। ਗਿਆਨ ਨੂੰ ਸੁਣਨਾ ਪੈਂਦਾ, ਗਿਆਨ ਨੂੰ ਮੰਨਣਾ ਪੈਂਦਾ, ਗਿਆਨ ਨੂੰ ਕਮਾਉਣਾ ਪੈਂਦਾ। ਜਿੰਨੀ ਵੀ ਬਾਣੀ ਹੈ ਇਸ ਨੂੰ ਕਮਾਉਣ ਦੇ ਲਈ ਕਿਹਾ, ਦੇਖਣ ਦੇ ਲਈ ਕੇਵਲ ਨਹੀਂ ਕਿਹਾ। ਦੇਖਣਾ ਵੀ ਹੈ, ਪਰ ਦੇਖਣ ਤੋਂ ਬਾਅਦ ਸਮਝਣਾ ਵੀ ਹੈ, ਕਮਾਉਣਾ ਵੀ ਹੈ। ਥਾਲ ਵਿੱਚ ਤਿੰਨ ਵਸਤੂ ਪਈ ਰੋਜ਼ ਪੜ੍ਹਦੇ ਹਾਂ ਨਾ, ਇਹ ਸ਼ਲੋਕ ਪੂਰਾ ਪੜ੍ਹ ਲੈਣਾ। ਅਸੀਂ ਦੇਖਣਾ ਵੀ ਹੈ, ਸੁਣਨਾ ਵੀ ਹੈ। ਸਰਵਣੀ ਸੁਣਨਾ ਗੁਰੂ ਨਾਮ, ਦੇਖਣਾ ਵੀ ਹੈ, ਸੁਣਨਾ ਵੀ ਹੈ, ਮੰਨਣਾ ਵੀ ਹੈ, ਚੱਲਣਾ ਵੀ ਹੈ, ਧਾਰਨ ਵੀ ਕਰਨਾ। ਤੇ ਜੇ ਬਾਣੀ ਦੀ ਬਰਕਤ ਸਾਂਭਣੀ ਨਾ ਆਈ, ਜੇ ਬਾਣੀ ਪੜ੍ਹਨੀ ਨਾ ਆਈ, ਜੇ ਬਾਣੀ ਸੁਣਨੀ ਨਾ ਆਈ, ਤੇ ਫਿਰ ਜਿਹੜਾ ਗੁਰੂਆਂ ਨੇ ਇੰਨਾ ਕੁਝ ਕੀਤਾ ਹੈ, ਉਹ ਜਿਹਨੂੰ ਪੰਜਾਬੀ ਕਹਿੰਦੇ ਨੇ ਧਰੇ ਦਾ ਧਰਾਇਆ ਰਹਿ ਜਾਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਸੀਂ ਕਹਿੰਦੇ ਹਾਂ ਸਿੱਖਾਂ ਦੇ ਗੁਰੂ ਹਨ, ਸਾਰੀ ਦੁਨੀਆ ਦੇ ਗੁਰੂ ਹਨ ਉਹ ਵੈਸੇ, ਪਰ ਜਿਨ੍ਹਾਂ ਦੇ ਗੁਰੂ ਹਨ ਉਹਨਾਂ ਸਾਰਿਆਂ ਨੇ ਇਸ ਗੁਰੂ ਨੂੰ ਪੜ੍ਹਿਆ। ਜਿਹਨੂੰ ਨਹੀਂ ਪੜ੍ਹਨਾ ਆਉਂਦਾ ਸੀ, ਅੱਜ ਦੇ ਯੁੱਗ ਦੇ ਵਿੱਚ ਸਾਧਨ ਬਹੁਤ ਹਨ ਕਿ ਅਸੀਂ ਸਾਰਿਆਂ ਨੇ ਸਹਿਜ ਪਾਠ ਦੇ ਰੂਪ ਦੇ ਵਿੱਚ ਘਰ ਟੇਪ ਲਾ ਕੇ ਸੁਣਿਆ। ਜੇ ਨਹੀਂ ਕੋਈ ਸਹਿਜ ਪਾਠ ਰਖਾ ਸਕਦਾ, ਨਹੀਂ ਅਖੰਡ ਪਾਠ ਸਾਹਿਬ ਰਖਾ ਸਕਦਾ, ਕੀ ਸਾਧਨ ਸਾਰੇ ਹੀ ਸੀ? ਕੀ ਕਿਸੇ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਜਾਂ ਸੁਣਿਆ? ਜੇ ਨਹੀਂ ਸੁਣਿਆ ਤੇ ਸੁਣਨਾ ਪੜ੍ਹਨਾ ਚਾਹੀਦਾ, ਭਾਵੇਂ ਇੱਕ ਇੱਕ ਸ਼ਬਦ। ਤੇ ਜੇ ਇਸ ਨੂੰ ਨਹੀਂ ਪੜ੍ਹਦੇ ਤੇ ਫਿਰ ਗੁਰੂਆਂ ਦੀ ਇੰਨੀ ਕੀਤੀ ਕਮਾਈ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਪਈ ਦੀ ਪਈ ਰਹਿ ਜਾਏਗੀ। ਜਿਹੜਾ ਇਸ ਗੁਰੂ ਗ੍ਰੰਥ ਸਾਹਿਬ ਨੂੰ ਦੇਖੇਗਾ, ਸੁਣੇਗਾ, ਪੜ੍ਹੇਗਾ, ਵਿਚਾਰੇਗਾ, ਮੰਨੇਗਾ, ਉਸ ਨੂੰ ਹੀ ਅਸਲ ਦਾ ਪਤਾ ਲੱਗਣਾ, ਉਸ ਦਾ ਹੀ ਭਲਾ ਹੋਣਾ ਹੈ। ਸੋ ਆਓ ਰਹੋ ਵਿਚਾਰ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਇਸ ਦੇ ਸੰਬੰਧ ਵਿੱਚ ਅਸੀਂ ਮਹਾਰਾਜ ਜੀ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸੰਖੇਪ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਅਤੇ ਉਹਨਾਂ ਦੀ ਮਾਤਾ ਜੀ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੇਟੀ ਛੋਟੀ ਬੀਬੀ ਭਾਨੀ। ਇਹਨਾਂ ਦੀ ਮਾਂ ਦਾ ਜਿਹੜਾ ਰਿਸ਼ਤਾ ਸੀ ਭਾਈ ਜੇਠਾ ਦੇ ਨਾਲ ਜਿਵੇਂ ਹੋਇਆ, ਤੁਸੀਂ ਬੜੀ ਵਾਰ ਇਹ ਕਥਾ ਸੁਣੀ ਹੈ। ਸੇਵਾ ਤੋਂ ਖੁਸ਼ ਹੋ ਕੇ, ਸਹਿਜ ਜੀਵਨ ਤੋਂ ਖੁਸ਼ ਹੋ ਕੇ, ਪ੍ਰੇਮ ਭਾਵਨਾ ਤੋਂ ਖੁਸ਼ ਹੋ ਕੇ, ਉੱਚੇ ਸੁੱਚੇ ਜੀਵਨ ਤੋਂ ਇੰਪ੍ਰੈਸ ਹੋ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬੇਟੀ, ਗੁਰੂ ਅਮਰਦਾਸ ਮਹਾਰਾਜ ਜੀ ਬਹੁਤ ਉਸ ਵੇਲੇ ਵੈਸੇ ਤਾਂ ਵੱਡੇ ਹੈ ਹੀ ਨੇ ਪੈਸੇ ਵੱਲੋਂ, ਜਾਣ ਪਛਾਣ ਵੱਲੋਂ, ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਦੇ ਤਖਤ ਦੇ ਤੀਸਰੇ ਪਾਤਸ਼ਾਹ ਹਨ। ਉਹਨਾਂ ਨੇ ਉਹਦੇ ਨਾਲ ਰਿਸ਼ਤਾ ਆਪਣਾ ਕੀਤਾ, ਆਪਣੀ ਬੇਟੀ ਦਾ, ਜਿਹਦਾ ਘਰ ਨਹੀਂ, ਜਿਸ ਦੀ ਜ਼ਮੀਨ ਨਹੀਂ, ਜਿਸ ਕੋਲ ਕੋਈ ਪੈਸਾ ਨਹੀਂ, ਜਿਸ ਦੇ ਕੋਈ ਬਹੁਤੇ ਰਿਸ਼ਤੇਦਾਰ, ਕੋਈ ਵੱਡਾ ਖਾਨਦਾਨ ਵੀ ਨਹੀਂ। ਉਹਨਾਂ ਨੇ ਇੱਕੋ ਹੀ ਚੀਜ਼ ਦੇਖੀ, ਉਹਨਾਂ ਨੇ ਕੇਵਲ ਉਹਨਾਂ ਦੇ ਗੁਣ ਦੇਖੇ, ਔਰ ਕੁਝ ਵੀ ਨਹੀਂ ਦੇਖਿਆ। ਬਾਕੀ ਜਿਹੜੀਆਂ ਚੀਜ਼ਾਂ ਨੇ ਨਾ, ਬਾਕੀ ਚੀਜ਼ਾਂ ਤਾਂ ਐਵੇਂ ਹੀ ਹਨ
ਕੇਵਲ ਇਨਸਾਨ ਦੇ ਵਿੱਚ ਜਿਹੜੇ ਗੁਣ ਹਨ ਉਹ ਇੰਪੋਰਟੈਂਸ ਰੱਖਦੇ ਹਨ, ਉਹਦੀ ਮਹੱਤਤਾ ਹੈ। ਕਿਸੇ ਦੇ ਕੋਲ ਕਿੰਨੀ ਜ਼ਮੀਨ ਹੈ, ਕਿੰਨੀ ਜਾਇਦਾਦ ਹੈ, ਕਿਸੇ ਦਾ ਕੁਨਬਾ ਕਿੰਨਾ ਕੁ ਵੱਡਾ ਹੈ, ਕਿਸੇ ਦੀ ਕਿੰਨੀ ਕੁ ਪਿੰਡਾਂ ਦੇ ਵਿੱਚ, ਕਿੰਨੇ ਕੁ ਸ਼ਹਿਰਾਂ ਦੇ ਵਿੱਚ ਜਾਣ ਪਛਾਣ, ਇਹ ਮਾਇਨਾ ਨਹੀਂ ਰੱਖਦਾ। ਜਿਸ ਬੰਦੇ ਕੋਲ ਲਿਆਕਤ ਹੋਏਗੀ ਨਾ, ਲਿਆਕਤ, ਦੁਨੀਆ ਉਹ ਦੁਨੀਆ ਨੂੰ ਪਿੱਛੇ ਲਾ ਸਕਦਾ ਹੈ। ਜਿਸ ਤੇ ਰੱਬ ਦੀ ਬਖਸ਼ਿਸ਼ ਹੋਏਗੀ ਉਹ ਤੇ ਰਾਜੇ ਮਹਾਰਾਜੇ ਉਹਨਾਂ ਦੇ ਪਿੱਛੇ ਲੱਗੇ ਫਿਰਨਗੇ। ਬਾਣੀ ਵਿੱਚ ਲਿਖਿਆ, ਸਾਧ ਸੰਗ ਧਰਮ ਰਾਏ ਕਰੇ ਸੇਵਾ। ਵੱਡੇ ਵੱਡੇ ਉਹਦੇ ਉਹਨਾਂ ਦੇ ਪਿੱਛੇ, ਬਾਬਾ ਕਬੀਰ ਜੀ ਦੇ ਪਿੱਛੇ, ਵਾਹ ਹਾਏ, ਉਹਨਾਂ ਦੇ ਅੱਗੇ ਪਿੱਛੇ ਲੱਗੇ ਫਿਰਦੇ ਨੇ। ਜਿਹੜੀ ਮਾਇਆ, ਉਹ ਕਹਿੰਦੇ ਮਾਇਆ ਦਾਸੀ ਭਗਤਾਂ ਕੀ, ਉਹਦੇ ਅੱਗੇ ਪਿੱਛੇ ਤੁਰੀ ਫਿਰਦੀ ਹੈ। ਸੰਸਾਰ ਦੇ ਪਦਾਰਥ ਦੇ ਪਵਿੱਤਰ ਹੋਣ ਦੇ ਲਈ ਉਹਨਾਂ ਦੇ ਕੋਲ ਆਉਂਦੇ ਹਨ। ਸਾਨੂੰ ਹੋਰ ਤਰ੍ਹਾਂ ਲੱਗਦਾ ਵੀ ਉਹ ਪਦਾਰਥਾਂ ਦੇ ਭੁੱਖੇ ਹਨ ਜਾਂ ਉਹ ਪਦਾਰਥਾਂ ਨੂੰ ਚਾਹੁੰਦੇ ਨੇ, ਪਰ ਨਹੀਂ, ਉਹਨਾਂ ਕੋਲ ਦੁਨੀਆ ਦੀਆਂ ਤਮਾਮ ਵਸਤਾਂ ਸੇਵਾ ਦੇ ਲਈ ਹਾਜ਼ਰ ਹੁੰਦੀਆਂ ਹਨ। ਸੋ ਆਓ, ਗੁਰੂ ਰਾਮਦਾਸ ਮਹਾਰਾਜ ਜੀ ਹਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਵਾਈ, ਔਰ ਬੀਬੀ ਭਾਨੀ ਜੀ ਦੇ ਸੁਪੁੱਤਰ ਹਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸੋ ਅਪ੍ਰੈਲ ਦੇ ਮਹੀਨੇ ਵਿੱਚ 15 ਅਪ੍ਰੈਲ 1563 ਵਿੱਚ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਲਿਖਿਆ ਦੱਸਿਆ, ਜੋ ਸਹੀ ਹੈ। ਕਿਉਂਕਿ ਪੁਰਾਤਨ ਸਮਿਆਂ ਦੇ ਵਿੱਚ ਜ਼ਿਆਦਾ ਕਰਕੇ ਜਿਹੜੀ ਲੇਡੀਜ਼ ਹੁੰਦੀਆਂ ਸਨ, ਉਹ ਆਪਣੇ ਪੇਕੇ ਘਰ ਜਾਂਦੀਆਂ ਹੁੰਦੀਆਂ ਸਨ ਜਦੋਂ ਉਹਨਾਂ ਨੇ ਬੱਚੇ ਨੂੰ ਜਨਮ ਦੇਣਾ ਹੁੰਦਾ ਸੀ। ਕਈ ਕਾਰਨ ਹੋ ਸਕਦੇ ਹਨ, ਸੋ ਉੱਧਰ ਨਹੀਂ ਅਸੀਂ ਜਾਣਾ, ਸਮਾਂ ਸੀਮਤ ਹੈ। ਆਪਣੇ ਪੇਕਿਆਂ ਦੇ ਘਰ ਵਿਖੇ, ਮਤਲਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਔਰ ਜਿਸ ਦਿਨ ਉਹਨਾਂ ਦਾ ਪ੍ਰਕਾਸ਼ ਹੋਇਆ, ਉਸ ਦਿਨ ਤੋਂ ਲੈ ਕੇ ਤਕਰੀਬਨ 11 ਸਾਲ ਆਪਣੇ ਬਚਪਨ ਦੀ ਉਮਰ ਉਹਨਾਂ ਨੇ ਆਪਣੇ ਨਾਨੇ ਦੇ ਕੋਲ ਰਹਿ ਕੇ, ਨਾਨਾ ਜੀ ਕਹਿ ਦਈਏ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਕੋਲ ਰਹਿ ਕੇ ਬਤੀਤ ਕੀਤੀ। ਮੁੱਢਲੀ ਸਿੱਖਿਆ, ਸੰਸਕਾਰ ਐਂਡ ਮੁੱਢਲੀ ਸਿੱਖਿਆ, ਇਹ ਸਾਰੀ ਜਿਹੜੀ ਹੈ ਉਹਨਾਂ ਨੇ ਆਪਣੇ ਨਾਨਾ ਜੀ ਤੋਂ ਪ੍ਰਾਪਤ ਕੀਤੀ। ਬਖਸ਼ਿਸ਼ਾਂ ਆਪਣੇ ਨਾਨਾ ਜੀ ਤੋਂ, ਗੁਰਮੁਖੀ ਵਿੱਦਿਆ ਜਿਹੜੀ ਆਪਣੇ ਨਾਨਾ ਜੀ ਤੋਂ ਪ੍ਰਾਪਤ ਕੀਤੀ। ਸੰਸਕ੍ਰਿਤ ਵੀ ਜਿਹੜੀ ਹੈ ਉਹ ਪੰਡਤ ਬੇਣੀ ਕੋਲੋਂ ਉੱਥੇ ਹੀ ਪ੍ਰਾਪਤ ਕੀਤੀ। ਤੇ ਜਿਹੜੀ ਮੈਥ ਸੀ, ਗਣਿਤ ਦੀ ਵਿੱਦਿਆ ਸੀ, ਉਹ ਆਪਣੇ ਮਾਮਾ ਜੀ ਤੋਂ ਉਹਨਾਂ ਨੇ ਪ੍ਰਾਪਤ ਕੀਤੀ। ਗੁਰੂ ਅਰਜਨ ਦੇਵ ਜੀ ਕੋਲ ਬਹੁਤ ਵਿੱਦਿਆ ਸਨ, ਸਭ ਤੋਂ ਜ਼ਿਆਦਾ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹੈ। ਤੇ ਉਸ ਪ੍ਰਮਾਤਮਾ ਦੇ ਨਾਲ ਜੁੜਨ ਦੀ ਜਾਂ ਰੂਹਾਨੀ ਵਿੱਦਿਆ ਦੀ ਤਾਲੀਮ ਜਿਹੜੀ ਹੈ, ਉਹਨਾਂ ਦੇ ਆਪਣੇ ਬਾਬਾ ਮੋਹਨ ਜੀ ਨੇ ਉਹਨਾਂ ਨੂੰ ਇਹ ਵੀ ਸਿਖਾਈ। ਘਰ ਪਰਿਵਾਰ ਦੇ ਵਿੱਚ ਪਰਿਵਾਰ ਜਿਹੜਾ ਸੀ ਉਹ ਧਾਰਮਿਕ ਸੀ, ਗੁਰੂ ਦੇ ਦੋਤੇ ਸਨ। ਸੋ ਜਦੋਂ 1574 ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਗੁਰਗੱਦੀ ਆਪਣੇ ਜਵਾਈ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇ ਕੇ ਇਸ ਸੰਸਾਰ ਤੋਂ ਵਿਦਾ ਹੋਏ, ਜੋਤੀ ਜੋਤ ਸਮਾਏ, ਤੇ ਫਿਰ ਉਹਨਾਂ ਨੇ ਹੁਕਮ ਕੀਤਾ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੀ ਉਹ ਆਪਣੇ ਤਿੰਨੇ ਪੁੱਤਰਾਂ ਨੂੰ ਲੈ ਕੇ ਉਹ ਜਗ੍ਹਾ ਜਿਸ ਨੂੰ ਅੱਜ ਅੰਮ੍ਰਿਤਸਰ ਸਾਹਿਬ ਕਹਿੰਦੇ ਹਨ, ਉੱਥੇ ਚਲੇ ਜਾਣ। ਤੇ ਇਸ ਨੂੰ ਕਹਿੰਦੇ ਸਨ ਗੁਰੂ ਕਾ ਚੱਕ। ਇਹ ਇੱਥੇ ਆ ਗਏ ਅੰਮ੍ਰਿਤਸਰ ਸਾਹਿਬ, ਗੁਰੂ ਦਾ ਚੱਕ। ਸੋ ਇੱਥੇ ਬਹਿ ਕੇ ਉਹਨਾਂ ਨੇ ਫਿਰ ਸੇਵਾ ਜਿਹੜੀ ਹੈ ਆਰੰਭ ਕਰਵਾਈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਪਹਿਲਾਂ ਹੀ ਸੇਵਾ ਆਰੰਭ ਕੀਤੀ ਹੋਈ ਸੀ।
अपने परिवार नूं लैके उत्थे आ गए। तो फिर वो सारा जिहड़ा कार्य सी गुरु रामदास महाराज जी ने जिहड़ा आरंभ किया सी, वो गुरु अर्जन देव महाराज जी ने सारा ही कंप्लीट करवाया। सारा कार्य जिहड़ा सी वो कंप्लीट करवाया सच्चे पातशाह ने आप मेहर करके। ये जिहड़ी जमीन सी सारी श्री अमृतसर साहब जी की जिहड़ी सारी जमीन सी, कहते ने गुरु रामदास महाराज जी ने आप जिहड़ी सी उन्होंने खरीदिया सी। उन्होंने 700 अकबरी मोहरां जिहड़ियां सी वो दे के जमीन 500 विघे जमीन जिहड़ी सी अमृतसर साहब की सारी जिहड़ी मुੱਲ खरीदी सी संगतां दे सहयोग दे नाल। ते बाद विच इस जगह का नाम पै गया ਚੱਕ रामदास। तो गुरु रामदास महाराज जी दुख भंजनी वेरी वाली जगह पर बह के उत्थे फिर उन्होंने सरोवर की खुदाई करवाई। तो बड़ी दूर अंदेशी के नाल नाम रखिया अमृतसर, सिफती दा घर। ये बाणी विच आउंदा अमृतसर सिफती दा घर, अमृतसर विच जोत जगावे। सो असी गुरु अर्जन देव महाराज जी का ये सिफत सलाह कर रहे हैं उन्होंने प्रकाश दिहाड़े के संबंध विच, सो उन्हां वल ध्यान दईए। सो बचपन विच अपने नानके रहे ने ते गुड़ती जड़ी है वो अपने नाने कोलों मिल चुकी है धन धन गुरु अर्जन देव पातशाह जी नूं। और कहते ने एक दिन गुरु अमरदास महाराज जी वड्डे मंजे हुंदे सन, अगे वड्डे पावे ते वड्डे मंजे, उस दे उधर बैठे ने। ते गुरु अर्जन देव पातशाह जी रिड़दे रिड़दे पावे नूं फड़ के उस मंजे वल नूं आउण। ते गुरु अमरदास महाराज जी उठ के बह गए। उन्होंने कुछ महसूस किया, उन्होंने की महसूस किया उन्होंने पता। किसी ने लिखिया पावा हिलाया, किसी ने लिखिया कुछ किया। उन्होंने की किया, उन्होंने की समझिया, उन्होंने दोनों नूं पता है जो भी होया। गुरु अमरदास महाराज जी उठ के बह जाते ने, कहते किहड़ा पुरख है जिसने साडी ये जड़ी मंजी का पावा जिहड़ा हिलाया, किहड़ा साडे इस मंजे के उपर आउण नूं यतन कर रहा। उठ के बह गए, जो देखिया तो उन्हों दोहता माँ ने आके फड़िया, कहते आण दे इनू। महाराज जी ने चुक के अपने कंधे दे नाल ला के अपने गोदी विच बिठा के गुरु अमरदास महाराज जी ने लाड किया, प्यार किया, गले नाल लाया। और जानते ने सब कुछ। और कहते सही जगह वाल जा रहे है, ये सही जगह वाल आ रहे है, इत्थे इहदा हक है। जिथे इन्हें बहना ना ये उधर पहला ही जा रहे है। ये मेरा सोहना दोता, ये बाणी का बोहता, ये वर दिता सी गुरु अमरदास महाराज जी ने, गुरु अर्जन देव पातशाह। ये मेरा दोता जिहड़ा है बाणी का बोहता। ते वाकई ही बहुत बाणी जिहड़ी है गुरु अर्जन देव महाराज जी दे पावन पवित्र रसना तो उच्चारण की हुई श्री गुरु ग्रंथ साहब जी दे विच है। सो मैं पहला बेनती की, उन्होंने मुढ़ली विद्या मुढ़ली सिक्ख्या सारे संस्कार, क्योंकि 10-11 साल की उम्र दे जो बच्चा सीखता है वो सारी जिंदगी नहीं भुल पाता, कभी भी नहीं भुल पाता। 10-11 साल की उम्र तक जिहड़ा बच्चा कुछ सीख लैंदा है वो सारी जिंदगी उहदे नाल रहिंदा है, सदा ही सदा ही। ते 11 साल लगभग अपने उत्थे नाना जी दे कोल रहे हो, और उत्थे ही उन्होंने बहुत कुछ सीखण तो बाद, विद्या प्राप्त करन तो बाद, ते फिर जदों उम्र जिहड़ी सी लगभग 16 साल की हुई, क्योंकि पहले समय दे विच ब्याह 10, 12, 13, 14, 16 साल दे विच कर दिंदे सन। डोली जां डोला भावें बाद विच भेजदे सन। उन्हां दा जिहड़ा विआह सी जां शादी कह लईए, फलौर तहसील ते मोह पिंड
ਉਹਨਾਂ ਦਾ ਵਿਆਹ 1636 ਨੂੰ ਜਿਹੜਾ ਸੀ ਇਹ ਜਿਹੜਾ ਕਿਸ਼ਨ ਚੰਦ ਦੀ ਬੇਟੀ ਮਾਤਾ ਗੰਗਾ ਜੀ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਿਆਹ ਜਾਂ ਛੱਡਦੀ ਹੋਈ। ਤੇ ਫਿਰ ਆਪ ਸਾਰੇ ਜਾਣਦੇ ਹੋ ਵੀ ਕਿਵੇਂ ਉਹਨਾਂ ਦੇ ਘਰ ਪੁੱਤਰ ਦੀ ਦਾਤ ਆਈ, ਕਿਵੇਂ ਬਖਸ਼ਿਸ਼ਾਂ ਹੋਈਆਂ, ਕਿਹੜੇ ਕਿਹੜੇ ਉਹਨਾਂ ਦੇ ਨਾਲ ਪਰਖਾਂ ਹੋਈਆਂ, ਕੀ ਕੀ ਹੋਇਆ, ਬੜੇ ਕੌਤਕ ਹੋਏ। ਤੇ ਉਹਨਾਂ ਦੇ ਵੱਡੇ ਭਾਈ ਸਨ ਪ੍ਰਿਥਵੀ ਚੰਦ ਜੀ ਮਹਾਦੇਵ ਜੀ, ਸੋ ਤੇ ਸਾਧੂ ਸਨ, ਉਦਾਸੀ ਸਨ। ਮਹਾਦੇਵ ਜੀ ਦੇ ਜਿਹੜਾ ਪ੍ਰਿਥਵੀ ਚੰਦ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ, ਉਹ ਵੱਡਾ ਹੋਣ ਦੇ ਨਾਤੇ ਪੂਰਾ ਆਪਣਾ ਹੱਕ ਰੱਖਦਾ ਸੀ ਵੀ ਇਸ ਤਰ੍ਹਾਂ ਮੈਨੂੰ ਚਾਹੀਦਾ, ਮੈਂ ਸਾਰੇ ਪਾਸੇ ਮੈਂ ਜਾਵਾਂ ਆਵਾਂ, ਜਾਂ ਮੈਨੂੰ ਹੀ ਗੁਰਗੱਦੀ ਦੇ ਜਿਹੜੇ ਵਾਰਿਸ ਮੇਰੇ ਪਿਤਾ ਜੀ ਬਣਾਉਣ। ਪਰ ਇਸ ਤਰ੍ਹਾਂ ਨਾ ਹੋਇਆ। ਉਹ ਤਾਂ ਨਾ ਹੋਇਆ ਕਿਉਂਕਿ ਉਹਨਾਂ ਦੀ ਕਸੌਟੀ 'ਤੇ ਉਹ ਖਰੇ ਨਹੀਂ ਉਤਰੇ। ਬੜੀਆਂ ਪਰਖਾਂ ਕੀਤੀਆਂ, ਜਿੰਨੇ ਵੀ ਗੁਰੂਆਂ ਨੇ ਗੁਰਗੱਦੀ ਦਿੱਤੀ ਉਹਨਾਂ ਨੇ ਪਰਖਾਂ ਕੀਤੀਆਂ। ਪਹਿਲਾਂ ਪਰਖਿਆ, ਜਿਹੜੇ ਪਰਖ ਦੇ ਵਿੱਚੋਂ ਪੂਰੇ ਹੋਏ, ਜਿਹੜੇ ਆਗਿਆਕਾਰੀ ਹੋਏ, ਜਿਨ੍ਹਾਂ ਨੇ ਬਚਨ ਨੂੰ ਸਤ ਕਰਕੇ ਮੰਨਿਆ, ਜਿਨ੍ਹਾਂ ਨੇ ਮੱਥੇ ਵੱਟ ਨਹੀਂ ਪਾਇਆ, ਤੇ ਉਹਨਾਂ ਨੂੰ ਹੀ ਗੁਰਗੱਦੀ ਦਿੱਤੀ, ਦੂਸਰੇ ਨੂੰ ਨਹੀਂ ਦਿੱਤੀ। ਉਹਨੇ ਛੋਟੇ ਵੱਡੇ ਨੂੰ ਨਹੀਂ ਦੇਖਿਆ। ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਛੋਟਿਆਂ ਨੂੰ ਨਹੀਂ ਦੇਖਿਆ। ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੇ ਬਜ਼ੁਰਗ ਬਾਬਾ ਅਮਰਦਾਸ ਜੀ ਦੀ ਉਮਰ ਨੂੰ ਨਹੀਂ ਦੇਖਿਆ। ਉਮਰਾਂ ਨੂੰ ਨਹੀਂ ਦੇਖਦੇ ਗੁਰੂ, ਉਹ ਗੁਣ ਨੂੰ ਦੇਖਦੇ ਨੇ, ਯੋਗਤਾ ਨੂੰ ਦੇਖਦੇ ਨੇ, ਲਿਆਕਤ ਨੂੰ ਦੇਖਦੇ ਨੇ, ਉੱਚਾ ਸੁੱਚਾ ਜੀਵਨ ਦੇਖਦੇ ਨੇ, ਬੰਦਗੀ ਦੇਖਦੇ ਨੇ, ਸੇਵਾ ਸਿਮਰਨ ਦੀ ਭਾਵਨਾ ਦੇਖਦੇ ਨੇ, ਤੇ ਸੇਵਾ ਉਹਨੂੰ ਦਿੰਦੇ ਨੇ। ਮਿਲਣੀ ਵੀ ਉਸ ਨੂੰ ਹੀ ਚਾਹੀਦੀ ਹੈ ਜਿਹਦੇ ਵਿੱਚ ਸੇਵਾ ਭਾਵਨਾ ਹੋਵੇ। ਜਿਸ ਵਿੱਚ ਸੇਵਾ ਭਾਵਨਾ ਨਹੀਂ ਹੈ ਉਹ ਉਸ ਚੀਜ਼ ਨੂੰ ਬਾਖੂਬੀ ਨਹੀਂ ਕਰ ਪਾਏਗਾ। ਇਸ ਕਰਕੇ ਸਾਡੇ ਗੁਰੂਆਂ ਨੇ ਇਹ ਸਾਨੂੰ ਚੀਜ਼ ਸਿਖਾਈ ਹੈ। ਬਹੁਤ ਕੀਮਤੀ ਚੀਜ਼, ਬਹੁਤ ਕੀਮਤੀ ਸੇਵਾ, ਬਹੁਤ ਚੰਗਾ ਅਹੁਦਾ, ਇਹ ਉਸ ਨੂੰ ਹੀ ਮਿਲਣਾ ਚਾਹੀਦਾ ਜਿਸ ਵਿੱਚ ਯੋਗਤਾ ਜਾਂ ਗੁਣ ਹੋਵੇ, ਨਹੀਂ ਤੇ ਸਭ ਕੁਝ ਖਰਾਬ ਹੋ ਜਾਂਦਾ ਹੈ, ਖਰਾਬ ਹੋ ਜਾਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਹਨਾਂ ਦੇ ਪਿਤਾ ਨੇ ਗੁਰੂ ਨਾਨਕ ਦੀ ਗੁਰਗੱਦੀ ਦੇ ਵਾਰਿਸ ਜਿਹੜੇ ਉਹਨਾਂ ਨੂੰ ਬਣਾਇਆ। ਉਹਦੇ ਤੋਂ ਪਹਿਲਾਂ ਮਹਾਰਾਜ ਜੀ ਦੀਆਂ ਬੜੀਆਂ ਪਰਖਾਂ ਕੀਤੀਆਂ। ਮਹਾਰਾਜ ਜੀ ਡੋਲੇ ਨਹੀਂ, ਜਿੱਥੇ ਵੀ ਭੇਜਿਆ ਸਤ ਬਚਨ ਕਰਕੇ ਗਏ, ਜੋ ਵੀ ਉਹਨਾਂ ਨੂੰ ਹੁਕਮ ਕੀਤੇ ਉਹ ਮੰਨੇ, ਕਿਸੇ ਨਾਲ ਝਗੜਾ ਨਹੀਂ ਕੀਤਾ, ਸੇਵਾ ਵਿੱਚ ਦਿਨ ਰਾਤ ਲੱਗੇ ਰਹਿੰਦੇ। ਔਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਗੁਰੂ ਨਾਨਕ ਦੀ ਗੁਰਗੱਦੀ ਦੇ ਪੰਜਵੇਂ ਵਾਰਿਸ ਜਿਹੜੇ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ 18 ਸਾਲ ਦੀ ਉਮਰ ਦੇ ਵਿੱਚ ਦਸਤਾਰਬੰਦੀ ਹੋਈ ਉਹਨਾਂ ਦੀ। ਉਹਨਾਂ ਨੂੰ ਗੁਰੂ ਨਾਨਕ ਦੀ ਗੁਰਗੱਦੀ ਦੇ ਵਾਰਿਸ ਉਹਨਾਂ ਨੂੰ ਬਣਾਇਆ। ਕੋਈ ਤਰੀਕਾ ਅੱਗੇ ਪਿੱਛੇ ਵੀ ਹੋ ਸਕਦੀਆਂ ਹਨ, ਇਸ ਤਰ੍ਹਾਂ ਨਾ ਕੋਈ ਸਮਝਣਾ ਵੀ ਇਹ ਤਰੀਕ ਉਸ ਨੇ ਇਸ ਤਰ੍ਹਾਂ ਸੁਣਾਈ ਸੀ, ਕਿਉਂਕਿ ਅਲੱਗ-ਅਲੱਗ ਪੁਸਤਕਾਂ ਹਨ, ਇਤਿਹਾਸ ਹੈ। ਕਈਆਂ ਦੇ ਵਿੱਚ 19-21 ਦਾ ਨਾਮਾਂ ਦਾ ਵੀ ਫਰਕ ਪੈ ਜਾਂਦਾ ਹੈ, ਕਿ ਡੇਟ ਦਾ ਵੀ ਇੱਕ ਅੱਧਾ ਫਰਕ ਪੈ ਜਾਂਦਾ ਹੈ। ਸੋ ਇਸ ਕਰਕੇ ਜ਼ਿਆਦਾ ਕੋਈ ਡੇਟਾਂ ਵੱਲ ਧਿਆਨ ਨਾ ਦੇਵੇ, ਉਮਰਾਂ ਵੱਲ ਵੀ ਧਿਆਨ ਨਾ ਦੇਵੇ। ਅਸੀਂ ਸਿਰਫ ਅਤੇ ਸਿਰਫ ਜੀਵਨ ਤੋਂ ਇੱਕ ਹੀ ਸੇਧ ਲੈਣੀ ਹੈ, ਉਹਨਾਂ ਦਾ ਸਿਧਾਂਤ, ਉਹਨਾਂ ਦੀ ਸਿੱਖਿਆ, ਬਸ। ਕੋਈ ਦਿਨ ਅੱਗੇ ਪਿੱਛੇ ਹੋ ਸਕਦੇ ਨੇ, ਜਿਵੇਂ ਗੁਰਪੁਰਬ ਪਹਿਲਾਂ 2 ਮਈ ਨੂੰ ਪੱਕਾ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ, 2 ਮਈ ਨੂੰ ਪੱਕਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ, ਹੁਣ ਚੇਂਜ ਹੋ ਗਿਆ। ਸੋ ਜਿਵੇਂ ਜਿਹੜੀਆਂ ਸੰਸਥਾਵਾਂ ਬੈਠੀਆਂ ਨੇ, ਜਿਵੇਂ ਉਹਨਾਂ ਦਾ ਹੁਕਮ ਹੈ, ਉਸ ਤਰ੍ਹਾਂ ਅਸੀਂ ਵੀ ਉਸ ਦਿਨ ਨੂੰ ਮਨਾਉਂਦੇ ਹਾਂ। ਸੋ ਇਸ ਕਰਕੇ ਅਸੀਂ ਡੇਟਾਂ ਦੇ ਚੱਕਰ ਵਿੱਚ ਕੌਮ ਨੇ ਨਹੀਂ ਪੈਣਾ। ਜੋ ਵੀ ਲੇਟ ਹੈ, ਜਦੋਂ ਵੀ ਕਿਸੇ ਨੇ ਯਾਦ ਕਰਨਾ ਕਰ ਲਓ, ਕੋਈ ਗੱਲ ਨਹੀਂ। ਸੋ ਉਸ ਹਰਿਮੰਦਰ ਸਾਹਿਬ ਦੀ ਧਰਤੀ 'ਤੇ, ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਮਹਾਰਾਜ ਜੀ ਨੇ ਬਹੁਤ ਵਿਕਾਸ ਕਰਵਾਇਆ। ਉਸ ਸ਼ਹਿਰ ਨੂੰ ਬਹੁਤ ਜ਼ਿਆਦਾ ਵਿਕਸਿਤ ਕੀਤਾ। ਜਿਹੜੇ ਕਾਰੀਗਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੰਗਵਾਏ ਸੀ, ਉੱਥੇ ਉਹਨਾਂ ਨੂੰ ਛੋਹਣੀਆਂ ਰਿਹਾਇਸ਼ਾਂ, ਉਹਨਾਂ ਦਾ ਬਿਜ਼ਨਸ ਕਿਵੇਂ ਚੱਲੇ, ਇਹਦੇ ਵਿੱਚ ਉਹਨਾਂ ਦੇ ਬੜੇ ਪਿਆਰੇ ਸਿੱਖ ਹੁੰਦੇ ਸਨ। ਸੋ ਬਾਬਾ ਬੁੱਢਾ ਜੀ ਤੇ ਹੈ ਹੀ ਸਨ, ਭਾਈ ਗੁਰਦਾਸ ਜੀ, ਹੋਰ ਵੀ ਬੜੇ ਸਿੱਖ ਨੇ ਇਤਿਹਾਸ ਵਿੱਚ। ਗੁਰੂ ਕਾ ਬਾਜ਼ਾਰ ਹੁੰਦਾ ਸੀ, ਸਾਰੇ ਮਤਲਬ ਸਪੋਰਟ ਕਰਦੇ ਸੀ, ਹਰ ਚੀਜ਼ ਦੇਖੀ ਜਾਂਦੀ ਸੀ, ਸੰਗਤਾਂ ਦੀ ਰਿਹਾਇਸ਼ ਬਾਰੇ ਧਿਆਨ ਦਿੱਤਾ ਜਾਂਦਾ ਸੀ। ਔਰ ਇਹ ਜਿਹੜਾ ਦਰਬਾਰ ਸਾਹਿਬ ਹੈ, ਇਹਦੇ ਵਿੱਚ ਜਿਹੜਾ ਜਲ ਹੈ,
ਜਲ ਨੂੰ ਕਿਵੇਂ ਦੇਖੋ, ਅੱਜ ਦੇ ਯੁੱਗ ਦੇ ਵਿੱਚ ਇੰਨਾ ਜਲ ਇਕੱਠਾ ਕਰਨਾ ਹੋਵੇ ਕਿੰਨਾ ਔਖਾ। ਉਸ ਸਮੇਂ ਜਦੋਂ ਕੇਵਲ ਖੂਹ ਹੀ ਹੁੰਦੇ ਸਨ, ਜਲ ਦੇ ਸਾਧਨ ਕੋਈ ਨਹੀਂ ਸਨ, ਐਡਾ ਵੱਡਾ ਸਰੋਵਰ ਓਡਾ ਹੀ ਹੈ, ਉਹਨੂੰ ਭਰਨਾ ਕਿਤੇ ਛੋਟਾ ਕੰਮ ਥੋੜ੍ਹਾ, ਛੋਟੀ ਗੱਲ ਥੋੜ੍ਹਾ। ਇਹ ਸਾਰੀਆਂ ਚੀਜ਼ਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਵਿਉਂਤਬੰਦੀ ਦੇ ਨਾਲ, ਇਹਦਾ ਮਤਲਬ ਇਹ ਸਾਰੀਆਂ ਚੀਜ਼ਾਂ ਇੰਜੀਨੀਅਰ ਲੋਕ ਕਰਦੇ ਨੇ, ਆਰਕੀਟੈਕਟ ਕਰਦੇ ਨੇ। ਅਤੇ ਸੱਚੇ ਪਾਤਸ਼ਾਹ ਦਾ ਕਿੰਨਾ ਦਿਮਾਗ ਹੋਏਗਾ, ਕਿੰਨੀ ਸੋਝੀ ਹੋਏਗੀ, ਗੁਰੂ ਕਿਰਪਾ ਕਿੰਨੀ ਹੋਏਗੀ। ਸੋ ਉੱਥੇ ਦੀ ਸੇਵਾ ਜਿਹੜੀ ਬਾਖੂਬੀ, ਫਿਰ ਸਾਰੀ ਆਸੇ ਪਾਸੇ ਨਗਰ ਨੂੰ ਵਸਾਉਣਾ, ਨਗਰ ਨੂੰ ਵਧਾਉਣਾ, ਉਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ, ਇਹ ਸਾਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਰਦੇ ਸਨ। ਗੁਰੂ ਅਰਜਨ ਦੇਵ ਜੀ ਬਾਰੇ ਖਾਸ ਚੀਜ਼ਾਂ ਤਾਂ ਇਹ ਹਨ, ਇੱਕ ਉਹਨਾਂ ਦੀ ਬਾਣੀ, ਇੱਕ ਉਹਨਾਂ ਦੀ ਸ਼ਹਾਦਤ, ਇੱਕ ਉਹਨਾਂ ਨੇ ਕਹਿੰਦੇ ਨੇ ਜਲ ਵਾਸਤੇ ਖੂਹ ਬਹੁਤ ਲਵਾਏ। ਸਿੱਖੀ ਬਹੁਤ ਵਧੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ, ਤਾਂ ਹੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਨੇ ਦਵਾਖਾਨੇ ਖੋਲ੍ਹੇ ਅਤੇ ਜਿਹੜੇ ਸੀ ਰੋਗੀ ਸੀ ਉਹਨਾਂ ਦੇ ਇਲਾਜ ਲਈ ਦਵਾਖਾਨੇ ਖੋਲ੍ਹੇ, ਔਰ ਬਹੁਤ ਖੂਹ ਬਹੁਤ ਉਹਨਾਂ ਨੇ ਲਵਾਏ। ਪਾਣੀ ਦੀ ਬੜੀ ਕਿੱਲਤ ਸੀ, ਉਹਨਾਂ ਨੇ ਦੂਰ ਦੂਰ ਤੱਕ ਜਿੱਥੇ ਵੀ ਜ਼ਰੂਰਤ ਹੁੰਦੀ ਸੀ ਪਿੰਡਾਂ ਦੇ ਵਿੱਚ ਉਹ ਖੂਹ ਲਵਾਏ, ਅਤੇ ਪਾਣੀ ਦੀ ਜਿਹੜੀ ਦਿੱਕਤ ਸੀ ਲੋਕਾਂ ਦੀ ਖਤਮ ਹੋਣੀ ਸ਼ੁਰੂ ਹੋ ਗਈ। ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ, ਕਿਉਂਕਿ ਇੱਦਾਂ ਦੇ ਪਰਉਪਕਾਰ ਵਾਲੇ ਕੰਮ ਕੋਈ ਕੋਈ ਕਰਦਾ ਹੈ, ਲੋਕ ਇੰਪ੍ਰੈਸ ਹੋ ਕੇ ਦੂਰੋਂ ਦੂਰੋਂ ਜਿਹੜੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਬਣ ਗਏ ਸਨ, ਇਹ ਚੀਜ਼ਾਂ ਸਾਰੀਆਂ ਦੇਖ ਕੇ। ਸੋ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਜ਼ਿਆਦਾ ਖੂਹ ਲਵਾਏ, ਬਹੁਤ ਜ਼ਿਆਦਾ ਦਵਾਖਾਨੇ ਖੋਲ੍ਹੇ, ਅਤੇ ਜਿੱਥੇ ਵੀ ਕੋਈ ਬਿਮਾਰੀ, ਉਦੋਂ ਬਹੁਤ ਫੈਲਦੀਆਂ ਹੁੰਦੀਆਂ ਸੀ ਬਿਮਾਰੀਆਂ, ਕਦੀ ਹੈ ਜਾਂ ਕੋਈ ਚੇਚਕ, ਕਦੀ ਕੁਛ ਕਦੀ ਕੁਝ, ਅਤੇ ਗੁਰੂ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਜਾ ਕੇ ਰੋਗੀਆਂ ਦੀ ਸੇਵਾ ਕਰਨੀ। ਧਿਆਨ ਦੇਣਾ, ਅੱਜ ਵੀ ਵਿਰਲੇ ਵੇਲੇ ਅਸੀਂ ਸਿੱਖ ਦੇਖਦੇ ਹਾਂ, ਤੁਸੀਂ ਚਲੇ ਜਾਓ ਵੱਡੇ ਸ਼ਹਿਰਾਂ ਦੇ ਵਿੱਚ, ਸਵੇਰੇ ਸਵੇਰੇ ਨਾ ਬੜੇ ਗੁਰਮੁਖ ਪਿਆਰੇ, ਕੋਈ ਦੁੱਧ ਲੈ ਕੇ ਤੁਰਿਆ, ਕੋਈ ਦਲੀਆ ਲੈ ਕੇ ਤੁਰਿਆ ਹੈ, ਅਤੇ ਕੋਈ ਵਿਚਾਰਾ ਫਰੂਟ ਲੈ ਕੇ ਤੁਰਿਆ, ਕੋਈ ਕੁਛ ਲੈ, ਕੋਈ ਕੜਾਹ ਬਣਾ ਕੇ ਲੈ ਕੇ ਜਾ ਰਿਹਾ, ਕੋਈ ਮਰੀਜ਼ਾਂ ਦੇ ਜਿਹੜੇ ਉਹਨਾਂ ਨੂੰ ਦੇਖਣ ਵਾਲੇ ਬਾਹਰ ਬੈਠੇ ਉਹਨਾਂ ਨੂੰ ਦਿੰਦਾ, ਜਾਂ ਬਾਹਰ ਕੋਈ ਲੋੜਵੰਦ ਬੈਠੇ ਉਹਨਾਂ ਨੂੰ ਦਿੰਦਾ, ਮਰੀਜ਼ਾਂ ਨੂੰ ਖਵਾਉਂਦੇ ਨੇ। ਮਤਲਬ ਸਾਡੀ ਕੌਮ ਦੇ ਵਿੱਚ ਅਜੇ ਵੀ ਚੱਲਦਾ। ਤੁਸੀਂ ਸ਼ਹਿਰਾਂ ਦੇ ਵਿੱਚ ਦੇਖਣਾ, ਹਸਪਤਾਲਾਂ ਦੇ ਵਿੱਚ ਦੇਖਿਆ ਹੋਏਗਾ, ਬੜੇ ਸੇਵਾ ਕਰਦੇ ਨੇ, ਦਲ ਬਣੇ ਹੋਏ ਨੇ, ਸੰਸਥਾਵਾਂ ਬਣੀਆਂ ਹੋਈਆਂ ਨੇ। ਇਹ ਕਿਹਨਾਂ ਨੇ ਸਿਖਾਇਆ ਹੈ? ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਵਰਗਿਆਂ ਨੇ ਸਾਨੂੰ ਇਹ ਚੀਜ਼ ਬਖਸ਼ਿਸ਼ ਕੀਤੀ ਹੈ। ਸੋ ਇਸ ਕਰਕੇ ਮਹਾਰਾਜ ਜੀ ਨੇ ਜਿਹੜਾ ਪ੍ਰਚਾਰ ਦੇ ਕੇਂਦਰ ਵੀ ਉਹਨਾਂ ਨੇ ਲਾਏ। 1593 ਈਸਵੀ ਵਿੱਚ ਉਹਨਾਂ ਨੇ ਜਲੰਧਰ ਦੇ ਕੋਲ ਜਿਹੜਾ ਕਰਤਾਰਪੁਰ ਸਾਹਿਬ ਹੈ, ਉੱਥੇ ਵੀ ਮਹਾਰਾਜ ਜੀ ਨੇ ਇਹ ਚੀਜ਼ ਦੀ ਜਿਹੜੀ ਆ ਡਿਵੈਲਪਮੈਂਟ ਕਰਾਈ, ਅਤੇ ਉਹਨਾਂ ਨੇ ਉੱਥੇ ਖੂਹ ਲਵਾਇਆ ਮਾਤਾ ਗੰਗਾ ਜੀ ਦੇ ਨਾਂ 'ਤੇ, ਆ ਜਿਹੜਾ ਕਰਤਾਰਪੁਰ ਜਲੰਧਰ ਦੇ ਲਾਗੇ, ਅਤੇ ਉਸ ਨੂੰ ਬਹੁਤ ਜ਼ਿਆਦਾ ਵਧੀਆ ਕਰਤਾਰਪੁਰ ਸ਼ਹਿਰ ਨੂੰ ਵਿਕਸਿਤ ਕੀਤਾ। ਅੱਜ ਵੀ ਕਰਤਾਰਪੁਰ ਸ਼ਹਿਰ ਉਹ ਪਾਕਿਸਤਾਨ ਵਾਲਾ ਅਲੱਗ ਹੈ, ਅੱਡ ਹੈ। ਇਹ ਜਿਹੜਾ ਸਾਡੇ ਜਲੰਧਰ ਅਤੇ ਔਰ ਅੰਮ੍ਰਿਤਸਰ ਰੋਡ ਦੇ ਉੱਪਰ ਹੈ। ਅਤੇ 1594 ਈਸਵੀ ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਦਾ ਪੱਕਾ ਕੇਂਦਰ ਬਣਾਇਆ, ਟਿਕਾਣਾ ਬਣਾਇਆ, ਗੁਰੂ ਕੀ ਵਡਾਲੀ। ਇੱਥੇ ਹੀ 6ਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ, ਉਹਨਾਂ ਦਾ ਆਗਮਨ ਹੋਇਆ। ਅਤੇ ਇਹਨਾਂ ਹੀ ਸਾਲਾਂ ਦੇ ਵਿੱਚ ਮੈਂ ਪਹਿਲਾਂ ਬੇਨਤੀ ਕੀਤੀ, ਸੋਕਾ ਬੜਾ ਪੈਂਦਾ ਸੀ, ਧਰਤੀ ਬੜੀ ਤਪਦੀ ਸੀ, ਅਤੇ ਮਹਾਰਾਜ ਜੀ ਨੇ ਫਿਰ ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮਹਾਰਾਜ ਜੀ ਨੇ ਕੋਈ 2 ਹਲਟ ਲਵਾਏ, ਕੋਈ 4 ਹਲਟ ਲਵਾਏ, ਕੋਈ 6 ਹਲਟ ਲਵਾਏ, ਜਿਹਨੂੰ ਛੇਟਾ ਵੀ ਕਹਿੰਦੇ, ਛੇਟਾ ਸਾਹਿਬ ਵੀ ਕਹਿੰਦੇ ਨੇ। ਕਿਤੇ ਮਹਾਰਾਜ ਜੀ ਨੇ ਖੂਹ ਲਵਾਏ, ਕਿਤੇ ਹਲਟ ਚਲਾਏ, ਅਤੇ ਆਮ ਕਰਕੇ ਸਾਨੂੰ ਉਦਾਹਰਣ ਮਿਲਦੀ ਹੈ, ਜਿਹੜਾ ਗੁਰਦੁਆਰਾ ਸਾਹਿਬ ਛੇਟਾ ਸਾਹਿਬ ਹੈ, ਉੱਥੇ ਅਸੀਂ ਦਰਸ਼ਨ ਦੀਦਾਰ ਕਰੀਦੇ ਨੇ। ਅਤੇ ਪੱਛਮ ਵੱਲ ਉਹ 6 ਹਲਟਾਂ ਵਾਲਾ ਖੂਹ, ਜਿੱਥੇ ਗੁਰਦੁਆਰਾ ਸਾਹਿਬ 'ਤੇ ਉਹ ਸਾਰੀ ਚੀਜ਼ ਜਿਹੜੀ ਹੈ ਉਹ ਬਣੀ ਹੋਈ ਹੈ। ਕਹਿੰਦੇ ਨੇ ਮਹਾਰਾਜ ਜੀ ਇੰਨੀ ਸੇਵਾ ਕਰਦੇ ਸਨ, ਲਾਹੌਰ ਵਿੱਚ ਜਿਹੜਾ ਕਾਲ ਪੈ ਗਿਆ, ਅਤੇ ਚੂਨਾ ਮੰਡੀ ਫਿਰ ਤੁਹਾਨੂੰ ਪਤਾ ਹੀ ਹੈ, ਉਹਨਾਂ ਦੇ ਪਿਤਾ ਜੀ ਦਾ ਜਿਹੜਾ ਸੀ ਉਹ ਸਥਾਨ ਸੀ, ਦਾਦਕਿਆਂ ਦਾ ਕਹਿ ਦਈਏ, ਉੱਥੇ ਬੜੀ ਜ਼ਰੂਰਤ ਸੀ। ਉੱਥੇ ਮਹਾਰਾਜ ਜੀ ਨੇ ਆਪ ਪਾਣੀ ਦੀ ਜ਼ਰੂਰਤ ਲਈ ਕਹਿੰਦੇ ਡੱਬੀ ਬਾਜ਼ਾਰ ਦੇ ਵਿੱਚ ਬੌਲੀ ਬਣਾਈ ਲਾਹੌਰ ਦੇ ਵਿੱਚ, ਉੱਥੇ ਦਵਾ ਦਾਰੂ ਦੇ ਲਈ ਉੱਥੇ ਦਵਾਖਾਨਾ ਖੋਲ੍ਹਿਆ, ਇੰਤਜ਼ਾਮ ਕੀਤੇ। ਅਤੇ ਕਹਿੰਦੇ ਜਦੋਂ 1598 ਦੇ ਵਿੱਚ ਅਕਬਰ ਬਾਦਸ਼ਾਹ ਗੋਂਦਵਾਲ ਸਾਹਿਬ ਵਿਖੇ ਹਾਜ਼ਰ ਹੋਇਆ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਹਾਜ਼ਰ ਹੋਇਆ ਸੀ ਉਹ,
ਤੇ ਉਹਨਾਂ ਨੇ ਗੁਰੂ ਸਾਹਿਬ ਜੀ ਵੱਲੋਂ ਲਾਹੌਰ ਦੇ ਵਿੱਚ ਜਿਹੜੇ ਉਸ ਸਮੇਂ ਬਿਮਾਰੀਆਂ ਤੋਂ ਪੀੜਤ ਲੋਕ ਸੀ ਉਹਨਾਂ ਦੀ ਸੇਵਾ ਬਦਲੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਵੀ ਤੁਸੀਂ ਇੰਨੀ ਸੇਵਾ ਕਰਦੇ ਹੋ। ਅਲੱਗ ਅਲੱਗ ਬਾਦਸ਼ਾਹ ਜਿਹੜੇ ਸੀ, ਖਾਸ ਕਰਕੇ ਅਕਬਰ ਜਿਹੜਾ ਸੀ ਉਹ ਬਹੁਤ ਵਧੀਆ ਸੋਚਦਾ ਸੀ ਗੁਰੂ ਘਰ ਵਾਲੇ, ਔਰ ਉਹਨੇ ਗੁਰੂ ਸਾਹਿਬ ਦੀਆਂ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਉਹਨੇ ਕਿਹਾ ਵੀ ਮੈਂ ਤੁਹਾਨੂੰ ਲੰਗਰ ਦੇ ਨਾਂ 'ਤੇ ਜਗੀਰ ਜਿਹੜੀ ਆ ਉਹ ਲਾ ਕੇ ਦਿੰਦਾ ਹਾਂ। ਅਤੇ ਇਹਦੇ ਵਾਸਤੇ ਉਹਨਾਂ ਨੇ ਇਹ ਜਿਹੜਾ ਆਹ ਚੀਜ਼ ਜਿਹੜੀ ਰੱਖੀ ਸੀ ਗੁਰੂ ਸਾਹਿਬ ਜੀ ਦੇ ਅੱਗੇ। ਪਰ ਮਹਾਰਾਜ ਜੀ ਜਿਹੜੇ ਕਹਿੰਦੇ ਸੀ ਉਹ ਅਸੀਂ ਸੰਗਤਾਂ ਦੇ ਨਾਲ ਹੀ, ਸੰਗਤਾਂ ਦੇ ਤਿਲ ਫੁੱਲ ਦੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਰਨੀਆਂ ਹਨ। ਸੋ ਕਹਿਣ ਦਾ ਭਾਵ ਮਹਾਰਾਜ ਜੀ ਨੇ ਬੜੇ ਪਰਉਪਕਾਰ ਕੀਤੇ। ਸੋ ਗੁਰੂ ਸਾਹਿਬ ਮਿਹਰ ਕਰਨ। ਸਤਿਕਾਰਯੋਗ ਸਰਦਾਰ ਨਿਸ਼ਾਨ ਸਿੰਘ ਜੀ ਵੱਲੋਂ ਸ਼ਮਾਈ ਦੀ ਸੇਵਾ 500 ਦਾ ਮਾਲਾ ਹਾਜ਼ਰ ਕਰਕੇ ਗਏ ਨੇ। ਮਹਾਰਾਜ ਜੀ ਖੁਸ਼ੀਆਂ ਬਖਸ਼ਣ, ਤੰਦਰੁਸਤੀਆਂ ਦੇਣ, ਹਰ ਮੈਦਾਨ ਨੂੰ ਫਤਿਹ ਕਰਨ, ਸ਼ੁਭ ਭਾਵਨਾ ਪੂਰੀਆਂ ਕਰਨ, ਕਾਰਜ ਰਾਸ ਕਰਨ। ਸੋ ਆਓ ਗੁਰੂ ਅਰਜਨ ਦੇਵ ਜੀ ਬਾਰੇ ਅਸੀਂ ਮਹਾਰਾਜ ਜੀ ਤੋਂ ਸਰਵਣ ਕਰ ਰਹੇ ਹਾਂ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਕਾਰਜ ਜਿਹੜੇ ਇਹ ਤੇ ਕੀਤੇ ਲੋਕ ਭਲਾਈ ਦੇ, ਉਹਨਾਂ ਨੇ ਸਭ ਤੋਂ ਜ਼ਰੂਰੀ ਜਿਹੜਾ ਸੀ, ਕਿਉਂਕਿ ਉਸ ਸਮੇਂ ਜਿਹੜਾ ਸੀ ਨਾ ਪ੍ਰਿਥਵੀ ਚੰਦ ਨੇ ਵੀ ਨਾ ਕੋਈ ਰਚਨਾ ਗ੍ਰੰਥ ਲਿਖਣਾ ਸ਼ੁਰੂ ਕਰਤਾ, ਕਿਉਂਕਿ ਉਹਨੂੰ ਕੋਈ ਪੁੱਛਦਾ ਨਹੀਂ ਸੀ। ਉਹਨੇ ਵੀ ਆਪਣੇ ਕੋਲੋਂ ਹੀ ਰਚਨਾ ਜਿਹੜੀ ਹੈ ਲਿਖਣੀ ਸ਼ੁਰੂ ਕਰ ਦਿੱਤੀ। ਉਹ ਵੱਖਰਾ ਗ੍ਰੰਥ ਬਣਾਉਣਾ ਸ਼ੁਰੂ ਉਹਨੇ ਕਰ ਦਿੱਤਾ, ਅਲੱਗ ਅਲੱਗ ਪੋਥੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਵੀ ਬਾਣੀ ਜਿਹੜੀ ਸੀ ਗੁਰੂਆਂ ਦੀ ਇਸ ਤਰ੍ਹਾਂ ਜਿਹਨੂੰ ਕਹਿੰਦੇ ਨੇ ਵੀ ਚੋਰੀ ਚਰਾਉਣ ਲੱਗ ਪਿਆ। ਅਤੇ ਫਿਰ ਗੁਰੂ ਮਹਾਰਾਜ ਜੀ ਨੇ ਦੇਖਿਆ ਵੀ ਇਹ ਕੰਮ ਗਲਤ ਨਾ ਹੋ ਜਾਏ, ਸੋ ਉਹਨਾਂ ਨੇ ਸਾਰੀ ਬਾਣੀ ਜਿਹੜੀ ਸੀ ਇਕੱਤਰ ਕੀਤੀ ਸੀ। ਬਾਬਾ ਮੋਹਨ ਜੀ ਪਾਸੋਂ ਜਿਹੜੀਆਂ ਸਾਰੀਆਂ ਪੋਥੀਆਂ ਪ੍ਰਾਪਤ ਕੀਤੀਆਂ, ਹੋਰ ਵੀ ਜਿਹੜੀਆਂ ਵੀ ਉਹਨਾਂ ਦੇ ਕੋਲ ਵੀ ਸਨ, ਸਾਰੀ ਉਹਨਾਂ ਨੇ ਇਕੱਠੀ ਕਰਕੇ ਔਰ ਰਾਮਸਰ ਦੇ ਪਾਵਨ ਪਵਿੱਤਰ ਸਥਾਨ 'ਤੇ ਸੋ ਉਹਨਾਂ ਨੇ ਇਹ ਸਾਰੀ ਬਾਣੀ ਆਪ ਬੈਠ ਕੇ ਉੱਥੇ ਤੰਬੂ ਲਵਾ ਕੇ ਸੋਹਣਾ ਵਧੀਆ ਵਾਤਾਵਰਨ ਬਣਾ ਕੇ ਅਤੇ ਉਹਨਾਂ ਨੇ ਭਾਈ ਸਾਹਿਬ ਤੋਂ ਇਹ ਸਾਰੀ ਬਾਣੀ ਜਿਹੜੀ ਆਪਣੇ ਹੱਥਾਂ ਦੇ ਨਾਲ ਲਿਖਵਾਈ। ਔਰ ਜੋ ਆਦਿ ਗ੍ਰੰਥ ਸੀ ਇਸ ਨੂੰ ਸੰਪੂਰਨ ਕਰਨਾ ਬਹੁਤ ਜ਼ਰੂਰੀ ਸੀ। ਆਪਣੇ ਜੀਵਨ ਦੇ ਵਿੱਚ ਉਹਨਾਂ ਦਾ ਇੱਕ ਖਾਸ ਬਹੁਤ ਵੱਡਾ ਇੱਕ ਕਾਰਜ ਸੀ, ਅਤੇ ਇਹ ਕਾਰਜ ਉਹਨਾਂ ਨੇ ਲਗਭਗ 1601 ਤੋਂ ਲੈ ਕੇ ਤਕਰੀਬਨ 3 ਜਾਂ 4 ਸਾਲ ਕਹਿ ਸਕਦੇ ਹਾਂ, ਇਹਦੇ ਵਿੱਚ ਉਹਨਾਂ ਨੇ ਆਪ ਲਿਖਵਾਈ। ਕਿਉਂਕਿ ਉਦੋਂ ਕੋਈ ਪ੍ਰਿੰਟਿੰਗ ਮਸ਼ੀਨਾਂ ਨਹੀਂ ਸਨ, ਕੋਈ ਬਹੁਤੇ ਕਾਗਜ਼ ਵੀ ਨਹੀਂ ਸਨ ਮਿਲਦੇ। ਸੋ ਇਸ ਵੇਲੇ ਜਿਹੜਾ ਗ੍ਰੰਥ ਨੂੰ ਲਿਖਵਾਉਣਾ ਬਹੁਤ ਔਖਾ ਸੀ, ਹੌਲੀ ਹੌਲੀ ਲਿਖਾਇਆ ਜਾਂਦਾ ਸੀ। ਫਿਰ ਲਿਖ ਕੇ ਉਹਨੂੰ ਸੁਕਾਉਣਾ, ਉਹਨੂੰ ਫਿਰ ਸਾਂਭਣਾ, ਉਹਦੇ ਪੱਤਰਿਆਂ ਨੂੰ ਸਮਝਣਾ, ਪੱਤਰੇ ਕਹਿੰਦੇ ਹੁੰਦੇ ਸਨ। ਫਿਰ ਉਸ ਨੂੰ ਕਿਵੇਂ ਜਲਦ ਚੜ੍ਹਾਉਣੀ, ਉਹ ਵੀ ਮਹਾਰਾਜ ਜੀ ਨੇ ਸਾਰਾ ਤਿਆਰ ਕਰਕੇ ਸਾਨੂੰ ਪਤਾ ਹੀ ਹੈ। ਅਤੇ ਭਾਈ ਸਾਹਿਬ ਨੂੰ ਭੇਜਿਆ ਸੀ ਲਾਹੌਰ, ਉੱਥੋਂ ਜਲਦ ਸੋਹਣੀ ਬਣਾ ਕੇ ਭੇਜੀ ਸੀ, ਸਾਰਾ ਤਿਆਰ ਕੀਤਾ ਸੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਇੱਕ ਬਹੁਤ ਖਾਸ ਕਾਰਜ ਸੀ ਜਿਹੜਾ ਉਹਨਾਂ ਨੇ ਨੇਪਰੇ ਚਾੜਿਆ ਆਪਣੇ ਜੀਵਨ ਦੀ ਯਾਤਰਾ ਦੇ ਦੌਰਾਨ। ਅਤੇ ਫਿਰ ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਸ੍ਰੀ ਦਰਬਾਰ ਸਾਹਿਬ ਵਿੱਚ ਆਪ ਕਰਵਾ ਕੇ ਅਤੇ ਇਸ ਗ੍ਰੰਥ ਦੇ ਨਾਲ ਸਾਰੀ ਦੁਨੀਆ ਨੂੰ ਜੋੜ ਦਿੱਤਾ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਦਾ ਸਥਾਨ ਦਿੱਤਾ ਗੁਰੂ ਅਰਜਨ ਦੇਵ ਜੀ ਨੇ। ਭਾਵੇਂ ਬਾਣੀ ਇਕੱਠੀ ਕੀਤੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕਬੀਰ ਵਰਗਿਆਂ ਦੀ, ਭਗਤ ਰਵਿਦਾਸ ਵਰਗਿਆਂ ਦੀ, ਜੇ ਉਹਨਾਂ ਨੂੰ ਤਰਤੀਬ ਨਾ ਮਿਲਦੀ, ਜੇ ਨਾ ਉਹਨਾਂ ਨੂੰ ਲਿਖਿਆ ਜਾਂਦਾ, ਅਤੇ ਅੱਜ ਵੀ ਸੰਸਾਰ ਦੇ ਵਿੱਚ ਉਹ ਪੂਰਨ ਹੱਕ ਨਹੀਂ ਸਨ ਮਿਲਣੇ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਪਾਦਨਾ ਨਾ ਕਰਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰਿਆਂ ਭਗਤਾਂ ਦੀ ਬਾਣੀਆਂ ਨੂੰ ਇਕੱਠੀਆਂ ਕੀਤਾ, ਊਚ ਨੀਚ ਦਾ ਭਿੰਨ ਭੇਦ ਮਿਟਾ ਕੇ ਸਾਰਿਆਂ ਨੂੰ ਮਹਾਰਾਜ ਜੀ ਨੇ ਬਰਾਬਰਤਾ ਦਿੱਤੀ। ਔਰ ਇਹ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤਾ ਗੁਰੂ ਨਿਸਤਾਰੇ। ਇਹ ਚੀਜ਼ ਸਾਰੇ ਸਿੱਖਾਂ ਨੂੰ ਸਿਖਾ ਦਿੱਤੀ। ਔਰ ਗੁਰੂ ਸਾਹਿਬ ਨੇ ਇੱਕ ਜਿਹੜੀ ਹੈ ਰਾਗ ਕੀਰਤਨ ਸ਼ੈਲੀ ਜਿਹੜੀ ਸੀ ਇਹ ਸੰਗਤਾਂ ਦੇ ਵਿੱਚ ਪ੍ਰਚਲਿਤ ਕੀਤੀ।
ਜਦੋਂ ਪ੍ਰਕਾਸ਼ ਕੀਤਾ ਫਿਰ ਮਹਾਰਾਜ ਜੀ ਨੇ ਆਸਾ ਦੀ ਵਾਰ ਜਿਹੜੇ ਸੀ ਉਹ ਭਾਈ ਸੱਤਾ ਜੀ ਬਲਵੰਡ ਜੀ ਉਹ ਨਿਰਧਾਰਿਤ ਰਾਗਾਂ ਦੇ ਵਿੱਚ ਕੀਰਤਨ ਕਰਦੇ ਸਨ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਵੀ ਰਾਗਾਂ ਦੇ ਵਿੱਚ ਬੜਾ ਸੋਹਣਾ ਕੀਰਤਨ ਕਰਦੇ ਸਨ। ਸੋ ਉਹਨਾਂ ਨੇ ਕੀਰਤਨ ਨੂੰ ਵੀ ਪ੍ਰਮੋਟ ਕੀਤਾ, ਇਹਦੇ ਵਿੱਚ ਵੀ ਬਹੁਤ ਪ੍ਰੋਗਰੈਸ ਕੀਤੀ। ਅੱਗੇ ਤੋਂ ਅੱਗੇ ਉਹਨਾਂ ਨੇ ਜਿਵੇਂ ਛੇਵੇਂ ਪਾਤਸ਼ਾਹ ਨੇ ਢਾਡੀ ਕਲਾ ਨੂੰ ਅੱਗੇ ਵਧਾਇਆ ਤੇ ਇਹਨਾਂ ਨੇ ਕੀਰਤਨ ਤੇ ਇਹ ਬਾਣੀ ਜਿਹੜੀ ਸੀ ਇਸ ਨੂੰ ਪੜ੍ਹਨ ਸੁਣਨ ਮੰਨਣ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜ਼ੋਰ ਦਿੱਤਾ ਤੇ ਬਾਬਾ ਬੁੱਢਾ ਸਾਹਿਬ ਨੂੰ ਬਹੁਤ ਵੱਡਾ ਮਾਣ ਦਿੱਤਾ, ਜਿਹੜੇ ਪੰਜਵੇਂ ਪਾਤਸ਼ਾਹ ਤੱਕ ਜਿਹੜੇ ਉਹ ਸੇਵਾ ਕਰਦੇ ਆ ਰਹੇ ਸਨ। ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਗੁਰਗੱਦੀ ਜਿਹੜੀ ਸੀ ਬਾਬਾ ਬੁੱਢਾ ਸਾਹਿਬ ਨੂੰ ਕਿਉਂ ਨਹੀਂ ਮਿਲੀ, ਕਿਉਂਕਿ ਉਹਨਾਂ ਨੂੰ ਹੋਰ ਡਿਊਟੀ ਦੇਣੀ ਸੀ। ਸਾਰੀਆਂ ਡਿਊਟੀਆਂ ਉਹਨਾਂ ਨੇ ਨਿਸ਼ਚਿਤ ਕਰਕੇ ਰੱਖੀਆਂ ਹੋਈਆਂ ਹਨ, ਕਿਹਨੂੰ ਕਿਹੜੀ ਡਿਊਟੀ ਦੇਣੀ। ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥੀ ਜਿਹੜੇ ਸਥਾਪਿਤ ਜਾਂ ਥਾਪਣਾ, ਇਹ ਵੀ ਇੱਕ ਬਹੁਤ ਵੱਡਾ ਉੱਚਾ ਅਹੁਦਾ ਸੀ। ਇਹ ਜਦੋਂ ਅਹੁਦਾ ਦੇਣਾ ਸੀ ਇਹਦੇ ਲਈ ਮਹਾਰਾਜ ਜੀ ਨੇ ਬਹੁਤ ਜ਼ਿਆਦਾ ਸੋਚਿਆ ਤੇ ਸਲਾਹ ਕੀਤੀ ਤੇ ਫਿਰ ਬਹੁਤ ਸੋਚ ਸਮਝ ਕੇ ਮਹਾਰਾਜ ਜੀ ਨੇ ਇਸ ਦੇ ਲਈ ਬਾਬਾ ਬੁੱਢਾ ਸਾਹਿਬ ਜੀ ਨੂੰ ਚੁਣਿਆ ਸੀ। ਸੋ ਜਿਵੇਂ ਅਸੀਂ ਗ੍ਰੰਥੀ ਲੋਕ ਹਾਂ, ਜਿਹੜੇ ਗ੍ਰੰਥੀ ਹਨ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਦਾ ਰਿਣੀ ਰਹਿਣਗੇ, ਜਿਨ੍ਹਾਂ ਨੇ ਇੰਨੀ ਵਡਿਆਈ ਇੰਨਾ ਸਤਿਕਾਰ ਦਿੱਤਾ। ਦੂਸਰਾ ਪੱਖ ਉਹ ਜਿਹੜਾ ਅੱਜ ਨਹੀਂ ਆਪਾਂ ਲੈ ਕੇ ਜਾਣਾ, ਦੁਨੀਆ ਵਿੱਚ ਭਾਵੇਂ ਕੋਈ ਸਤਿਕਾਰ ਘੱਟ ਕਰਦਾ ਵੱਧ ਕਰਦਾ, ਉਹ ਦੂਜਾ ਪੱਖ ਹੈ। ਪਰ ਸਾਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗ੍ਰੰਥ ਤੋਂ ਗ੍ਰੰਥੀ ਸ਼ਬਦ ਮਹਾਰਾਜ ਜੀ ਨੇ ਆਪਣੇ ਆਪ ਨੂੰ, ਸਾਡੇ ਗੁਰੂ ਸਾਡੇ ਰਾਜੇ ਨੇ ਤੇ ਗ੍ਰੰਥੀ ਨੂੰ ਵਜ਼ੀਰ ਤੱਕ ਕਹਿ ਕੇ ਉਹਨਾਂ ਨੇ ਨਿਵਾਜਿਆ। ਬਹੁਤ ਵੱਡੀ ਇੱਕ ਦਾਤ ਜਿਹੜੀ ਬਖਸ਼ਿਸ਼ ਕਿਰਪਾ ਜਿਹੜੀ ਹੈ ਉਹਨਾਂ ਨੇ ਕੀਤੀ ਹੈ ਤੇ ਇਹ ਜਿਹੜੇ ਅਸੀਂ ਸਦਾ ਹੀ ਉਹਨਾਂ ਨੂੰ ਯਾਦ ਕਰਦੇ ਰਹਾਂਗੇ। ਇਹ ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਤੇ ਹੋਰ ਉਹਨਾਂ ਦੇ ਜੀਵਨ ਦੇ ਇੱਕ ਵੱਡਾ ਜਿਹੜਾ ਕਾਰਜ ਸੀ ਉਹ ਸਾਨੂੰ ਪਤਾ ਹੀ ਹੈ, ਉਹ ਸੀ ਉਹਨਾਂ ਦੀ ਸ਼ਹਾਦਤ। ਸਿੱਖ ਕੌਮ ਦੇ ਵਿੱਚ ਗੁਰੂਆਂ ਤੋਂ ਆਰੰਭ ਹੋ ਕੇ ਪੰਜਵੇਂ ਪਾਤਸ਼ਾਹ ਤੋਂ ਸ਼ਹਾਦਤ ਜਿਹੜੀ ਉਹ ਸ਼ਹੀਦਾਂ ਦੇ ਸਰਤਾਜ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਤੋਂ ਆਰੰਭ ਹੋਈ ਹੈ। ਤੇ ਇਸ ਕਰਕੇ ਉਹਨਾਂ ਦਾ ਸ਼ਹਾਦਤ ਦੇਣੀ ਜਾਂ ਸ਼ਹੀਦ ਹੋਣਾ, ਇਹ ਵੀ ਇੱਕ ਬਹੁਤ ਵੱਡਾ ਬੀਜ ਹੈ ਇਹ ਸਾਡੀ ਕੌਮ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਇਸ ਕਰਕੇ ਇਹ ਜਿਹੜੀਆਂ ਅਸੀਂ ਸਿਫਤ ਸਲਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਹਾਂ, ਇਹ ਸਾਰੀਆਂ ਚੀਜ਼ਾਂ ਸਾਨੂੰ ਮਤਲਬ ਅਗਾਹ ਕਰਦੀਆਂ ਨੇ, ਸਾਨੂੰ ਆਦੇਸ਼ ਦਿੰਦੀਆਂ ਨੇ, ਸਾਨੂੰ ਸਿੱਖਿਆ ਦਿੰਦੀਆਂ ਨੇ, ਸਾਨੂੰ ਸਿਧਾਂਤ ਦਰਸਾਉਂਦੀਆਂ ਨੇ ਵੀ ਸਿੱਖਾਂ ਨੇ ਕੀ ਕਰਨਾ। ਇਹ ਸਾਡੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੁਆਰਾ ਸਾਨੂੰ ਪਤਾ ਲੱਗਦਾ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਖਾਸ ਕਰਕੇ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜਾ ਇਹਦਾ ਵੀ ਬੜਾ ਵੱਡਾ ਇਤਿਹਾਸ ਹੈ, ਸਮਾਂ ਨਹੀਂ ਯਾਦ ਦਿੰਦਾ। ਸੋ ਜਿੰਨੀ ਵੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਬੜੀ ਪਿਆਰੀ ਬੜੀ ਮਿੱਠੀ ਬਾਣੀ ਹੈ। ਸੋ ਜਿੰਨੀ ਵੀ ਬਾਣੀ ਉਹਨਾਂ ਦੀ ਅਸੀਂ ਪੜ੍ਹਾਂਗੇ ਓਨਾ ਹੀ ਸਾਡਾ ਭਲਾ ਹੋਏਗਾ, ਓਨੇ ਹੀ ਸਾਡੇ 'ਤੇ ਸਤਿਗੁਰੂ ਜੀ ਖੁਸ਼ ਹੋਣਗੇ। ਇਸ ਕਰਕੇ ਜੋ ਉਹ ਸਾਨੂੰ ਵਿਰਾਸਤ, ਜੋ ਸਾਨੂੰ ਯਾਦਾਂ ਜਿਹੜੇ ਪੁਰਨੇ ਪਾ ਕੇ ਦੇ ਕੇ ਗਏ ਨੇ, ਉਹਨਾਂ 'ਤੇ ਚੱਲਣਾ ਤੇ ਉਹਨਾਂ ਦੇ ਜੋ ਸਥਾਨ ਹੈ ਉਹਨਾਂ ਦੀ ਮਰਿਆਦਾ ਨੂੰ ਕਾਇਮ ਰੱਖਣਾ ਤੇ ਉਹਨਾਂ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਆਦਿ ਗ੍ਰੰਥ ਹੈ ਤੇ ਉਸ ਦਾ ਸਤਿਕਾਰ ਕਰਨਾ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਨੀ। ਜਿਵੇਂ ਅੱਜ ਦੇ ਦੌਰ ਦੇ ਵਿੱਚ ਬੇਅਦਬੀਆਂ ਹੁੰਦੀਆਂ ਪਈਆਂ ਨੇ ਨਾ, ਇਹ ਸਾਡੇ ਸਾਰੇ ਸਿੱਖਾਂ ਦਾ ਫਰਜ਼ ਹੈ। ਕੇਵਲ ਗੁਰਦੁਆਰਿਆਂ ਦੀਆਂ ਕਮੇਟੀਆਂ ਜਾਂ ਉੱਥੇ ਦੇ ਗ੍ਰੰਥੀਆਂ ਜਾਂ ਸੇਵਾਦਾਰਾਂ ਦਾ ਕੰਮ ਨਹੀਂ, ਕੇਵਲ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ। ਸਾਰਿਆਂ ਨੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜਿੱਥੇ ਵੀ ਗੁਰੂ ਘਰ ਹੈ, ਸਾਡੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਖਜ਼ਾਨਾ ਦਿੱਤਾ ਸਾਨੂੰ। ਇਸ ਖਜ਼ਾਨੇ ਦੀ ਅਸੀਂ ਰੱਖਿਆ ਕਰਨੀ ਹੈ, ਸਾਂਭਣਾ, ਦੇਖਣਾ ਔਰ ਬਹੁਤ ਧਿਆਨ ਰੱਖਣਾ ਔਰ ਕਿਸੇ ਤਰ੍ਹਾਂ ਦੀ ਕੋਈ ਵੀ ਬੇਅਦਬੀ ਨਾ ਹੋਵੇ, ਜਾਣੇ ਅਣਜਾਣੇ ਵਿੱਚ ਇਹ ਵੀ ਅਸੀਂ ਖਿਆਲ ਰੱਖਣਾ। ਇੱਕ ਹੋਰ ਮੈਂ ਇਹਦੇ ਨਾਲ ਹੀ ਜੋੜ ਦਿੰਦਾ ਆਖਰੀ ਬੇਨਤੀ, ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਖ ਆਸਨ ਹਨ, ਜੋ ਕਿ ਸਾਨੂੰ ਸਮੇਂ-ਸਮੇਂ 'ਤੇ ਮੈਸੇਜ ਵੀ ਆਉਂਦੇ ਰਹਿੰਦੇ ਨੇ
तो उत्थे जड़ी जो भी वायरिंग होंदी है, जो भी उत्थे फिटिंग होंदी है बिजली दी, जे पुरानी है उन्होंने ठीक करवाई जाए। कई बहुत पुराने गुरु घर होंदे हन, उत्थे तारां उदे लमकियां होंदियां ने, कोई एसी कोई पक्खा जिहड़ा है वो जिहड़ा सानू वो बिल्कुल रिटर्न लेके दिता होया लैके गए ने। ਉਹ ਸੁੱਖ ਆਸਣ ਦੇ ਕਮਰੇ ਦੇ ਵਿੱਚ ਜਾਂ ਕਿਧਰੇ ਦਰਬਾਰ ਦੇ ਵਿੱਚ, ਕਿਉਂਕਿ ਆਮ ਕਰਕੇ ਅੱਜ ਜਿਹੜੇ ਪੱਖੇ ਚੱਲਦੇ ਨੇ ਉਹ ਪਲਾਸਟਿਕ ਦੇ ਹੁੰਦੇ ਨੇ, ਪਲਾਸਟਿਕ ਦੇ। ਤੇ ਜੇ ਪੱਖਾ 24 ਘੰਟੇ ਚੱਲਦਾ ਰਵੇ ਤੇ ਉਹ ਗਰਮ ਹੋ ਜਾਂਦਾ ਤੇ ਇੱਕਦਮ ਉਹਦੀ ਅੱਗ ਲੱਗ ਜਾਂਦੀ, ਪਲਾਸਟਿਕ ਨੂੰ ਲੱਗੀ ਅੱਗ ਇੱਕਦਮ ਮੱਚ ਜਾਂਦੀ ਹੈ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਵੀ, ਅਕਾਲ ਤਖਤ ਸਾਹਿਬ ਵੱਲੋਂ ਵੀ ਇਹ ਸਾਨੂੰ ਦੱਸੀਆਂ ਹੋਈਆਂ ਨੇ, ਔਰ ਇਹ ਸਭ ਕੁਝ ਰਿਟਨ ਹੈ ਔਰ ਲਿਖਿਆ ਹੋਇਆ, ਲਿਖ ਕੇ ਲੈ ਕੇ ਗਏ ਹੋਏ ਨੇ। ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬੇਅਦਬੀ ਜ਼ਿਆਦਾ ਹੁੰਦੀ ਹੈ ਜਾਂ ਕੋਈ ਘਟਨਾ ਵਾਪਰਦੀਆਂ ਨੇ, ਉਹ ਗਰਮੀਆਂ ਦੇ ਦਿਨਾਂ ਦੇ ਵਿੱਚ ਵਾਪਰਦੀਆਂ ਹਨ। ਇਸ ਕਰਕੇ ਜਿੱਥੇ ਵੀ ਕੋਈ ਬਿਜਲੀ ਦੀ ਫਿਟਿੰਗ ਹੈ ਉਸ ਨੂੰ ਦੇਖਣਾ, ਉਹ ਸੇਵਾਦਾਰਾਂ ਦੁਆਰਾ, ਗ੍ਰੰਥੀ ਸਾਹਿਬ ਦੁਆਰਾ, ਸਾਰਿਆਂ ਦੁਆਰਾ ਉਹਨੂੰ ਚੈੱਕ ਕਰਦੇ ਰਹਿਣਾ। ਕੋਈ ਲਾਈਟ ਜਗਦੀ ਨਾ ਰਹਿ ਜੇ, ਕੋਈ ਪੱਖਾ ਚੱਲਦਾ ਨਾ ਰਹਿ ਜੇ। ਜਿੱਥੇ ਸੇਵਾਦਾਰ ਗ੍ਰੰਥੀ ਨੇ ਦੇਖਣਾ ਉੱਥੇ ਸੰਗਤ ਨੇ ਵੀ ਦੇਖਣਾ। ਕਈ ਵਾਰ ਨਹੀਂ ਵੀ ਕਿਸੇ ਦਾ ਖਿਆਲ ਰਹਿੰਦਾ, ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖਣਾ ਜਦੋਂ ਜ਼ਿਆਦਾ ਚੀਜ਼ ਗਰਮ ਹੋ ਜਾਂਦੀ ਹੈ ਉਹ ਫਿਰ ਅੱਗ ਲੱਗਣ ਦਾ ਖਤਰਾ ਹੁੰਦਾ। ਚਾਹੇ ਏਸੀ ਹੋਵੇ, ਚਾਹੇ ਪੱਖਾ ਹੋਵੇ, ਚਾਹੇ ਕੋਈ ਵੀ ਚੀਜ਼ ਹੋਵੇ, ਚਾਹੇ ਕੋਈ ਵੀ ਚੀਜ਼ ਚੱਲਦੀ ਹੋਵੇ, ਉਹ ਸੜ ਜਾਂਦੀ ਹੈ ਅਤੇ ਉਹਦੇ ਵਿੱਚ ਅੱਗ ਲੱਗਣ ਦਾ ਖਤਰਾ ਹੁੰਦਾ। ਇਸ ਕਰਕੇ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਖਾਸ ਕਰਕੇ ਇਹਨਾਂ 4-5 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਖਿਆਲ ਰੱਖਣਾ ਵੀ ਵਿਚਾਰ ਇਹ ਚੱਲਦੀ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੀ ਸਾਨੂੰ ਵਿਰਾਸਤ ਖਜ਼ਾਨਾ ਦਿੱਤਾ, ਚਾਹੇ ਉਹ ਗੁਰੂ ਘਰ ਵੀ ਹਨ, ਉਹਨਾਂ ਦਾ ਵੀ ਅਸੀਂ ਖਿਆਲ ਰੱਖਣਾ। ਕਿਸੇ ਵੀ ਗੁਰੂ ਘਰ ਦੀ ਇਤਿਹਾਸਕ ਸਥਾਨ ਹੋਵੇ, ਚਾਹੇ ਕਿਸੇ ਦੇ ਨਗਰ ਵਿੱਚ ਹੋਵੇ, ਸ਼ਹਿਰ ਵਿੱਚ ਹੋਵੇ, ਮਹੱਲੇ ਵਿੱਚ ਹੋਵੇ, ਗੁਰੂ ਘਰ ਦੀ ਕੋਈ ਵੀ ਚੀਜ਼ ਜਿਹੜੀ ਹੈ ਨੁਕਸਾਨ ਨਾ ਉਸ ਨੂੰ ਹੋਵੇ। ਇਹ ਨਾ ਹੋਵੇ ਵੀ ਕੋਈ ਟਰਾਲੀ ਮੋੜੇ ਅਤੇ ਨੁੱਕਰ ਭੰਨ ਕੇ ਉਹ ਜਾਏ ਅਤੇ ਅਸੀਂ ਕਹੀਏ ਅਸੀਂ ਕੀ ਲੈਣਾ ਜਾਣਦੇ, ਇੱਦਾਂ ਹੀ ਨਾ। ਅਤੇ ਜੇ ਆਪਣੇ ਘਰ ਦਾ ਕੋਈ ਗਮਲਾ ਟੁੱਟ ਜਾਏ ਜਾਂ ਨੁੱਕਰ ਭੱਜ ਜਾਏ ਤਾਂ ਸਾਰਾ ਟੱਬਰ ਉਹਨੂੰ ਗਲੋਂ ਫੜ ਲੈਂਦਾ, ਠੀਕ ਹੈ ਜੀ। ਅਤੇ ਗੁਰੂ ਘਰ ਦਾ ਇਹ ਨਹੀਂ ਕੋਈ ਨੁੱਕਰ ਭੰਨ ਗਿਆ ਅਤੇ ਕੁਛ ਨੁਕਸਾਨ ਕਰ ਗਿਆ, ਕੋਈ ਗੰਦ ਸੁੱਟ ਗਿਆ ਵੀ ਸਾਨੂੰ ਕੀ ਲੜਾਈ ਲੈਣ ਦੀ ਜ਼ਰੂਰਤ ਹੈ। ਅਤੇ ਇਹਦਾ ਮਤਲਬ ਆਪਣਾ ਘਰ ਥੋੜ੍ਹਾ ਸਮਝਿਆ। ਆਪਣੇ ਘਰ ਮੂਹਰੇ ਕੋਈ ਲਿਫਾਫਾ ਕੁੜੀ ਦਾ ਰੱਖ ਕੇ ਜਾਏ, ਕਿੱਥੇ ਤੱਕ ਬੰਦਾ ਪਹੁੰਚ ਜਾਂਦਾ। ਇਸ ਕਰਕੇ ਗੁਰੂ ਘਰ ਦੀ ਦੇਖ ਰੇਖ ਇਹ ਸਭ ਦਾ ਨੈਤਿਕ ਜ਼ਿੰਮੇਵਾਰੀ, ਨੈਤਿਕ ਫਰਜ਼ ਹੈ। ਇਹਨੂੰ ਬਹੁਤ ਧਿਆਨ ਨਾਲ ਰੱਖਣਾ, ਤਾਂ ਹੀ ਸਾਡੇ 'ਤੇ ਗੁਰੂ ਸਾਹਿਬ ਜੀ ਖੁਸ਼ ਹੁੰਦੇ। ਸੋ ਇਤਿਹਾਸ ਬੜਾ ਲੰਬਾ ਹੈ। ਗੁਰੂ ਸਾਹਿਬ ਮਿਹਰ ਕਰਨ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਮੈਂ ਬੇਨਤੀ ਕਰਦਾ ਸਤਿਕਾਰਯੋਗ ਸੈਕਟਰੀ ਸਾਹਿਬ ਨੂੰ ਵੀ 1-2 ਮਿੰਟ ਜ਼ਰੂਰ ਸੋ ਹਾਜ਼ਰੀ, ਸੋ ਉਹਨਾਂ ਵੱਲੋਂ ਸੋ ਬੇਨਤੀ ਹੈ ਸੋ ਹਾਜ਼ਰੀ ਪ੍ਰਵਾਨ ਮਹਾਰਾਜ ਜੀ ਇਸੇ ਤਰ੍ਹਾਂ ਕਰਨ। ਸੋ ਗੁਰੂ ਸਾਹਿਬ ਜੀ ਖੁਸ਼ੀਆਂ ਬਖਸ਼ਣ। ਦੇਸ਼ ਪ੍ਰਦੇਸ਼ ਜਿਹੜੀਆਂ ਸੰਗਤਾਂ ਸੁਣਦੀਆਂ ਹਨ, ਗੁਰਦੁਆਰਾ ਸਿੰਘ ਸਭਾ ਜਿੱਥੋਂ ਰੋਜ਼ ਤੁਸੀਂ ਲਾਈਵ ਗੁਰੂ ਸ਼ਬਦ ਵਿਚਾਰ ਸੁਣਦੇ ਹੋ, ਸੋ ਆਪ ਦਾ ਬਹੁਤ ਬਹੁਤ ਧੰਨਵਾਦ। ਸਭ ਦਾ ਬਹੁਤ ਬਹੁਤ ਧੰਨਵਾਦ। ਆਪ ਬੜਾ ਪਿਆਰ ਦਿੰਦੇ ਹੋ, ਐਪਰੀਸ਼ੀਏਟ ਕਰਦੇ ਹੋ, ਇਸ ਕਰਕੇ ਹੀ ਆਪ ਦੇ ਨਾਲ ਰੂਬਰੂ ਹੋਈਦਾ। ਇਸ ਕਰਕੇ ਅੰਦਰ ਖੁਸ਼ੀ ਰਹਿੰਦੀ ਹੈ, ਮਿਹਨਤ ਕਰਨ ਨੂੰ ਦਿਲ ਕਰਦਾ, ਪੜ੍ਹੀਦਾ, ਸੁਣੀਦਾ, ਉਹਦੇ ਨਾਲ ਹੋਰ ਗਿਆਨ ਵਿੱਚ ਵਾਧਾ ਹੁੰਦਾ ਅਤੇ ਤੁਹਾਡੇ ਤੱਕ ਪਹੁੰਚਦਾ। ਮਹਾਰਾਜ ਸਭ ਦਾ ਭਲਾ ਕਰ, ਸਭ ਨੂੰ ਖੁਸ਼ੀਆਂ ਮਹਾਰਾਜ ਜੀ ਬਖਸ਼ਣੀਆਂ, ਸਭ ਨੂੰ ਤੰਦਰੁਸਤੀਆਂ ਬਖਸ਼ਣੀਆਂ, ਸਭ ਦੇ ਕਾਰਜ ਰਾਸ ਕਰਨੇ, ਸਭ ਦੇ ਬੱਚਿਆਂ ਦੀਆਂ ਝੋਲੀਆਂ ਭਰਨੀਆਂ, ਹਰ ਮੈਦਾਨ ਮਹਾਰਾਜ ਜੀ ਫਤਿਹ ਕਰਨਾ, ਬੁਰੇ ਦਾ ਵੀ ਭਲਾ ਕਰਨਾ, ਸਾਨੂੰ ਸੇਵਾ ਸੰਭਾਲ ਬਖਸ਼ਣੀ, ਤੰਦਰੁਸਤੀਆਂ ਦੇਣੀਆਂ ਮਹਾਰਾਜ ਜੀ। ਭੁੱਲ ਚੁੱਕ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।